ਕਾ ਸਤਿਗੁਰੂ ਭਲਾ ਪਾਇਆ। ਕਹੈ ਨਾਨਕ ਜਿਸਨੋ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਾਹਰ ਜਹੂਰ ਹਾਜ਼ਰ ਹਜੂਰ ਸਰਬ ਕਲਾ ਭਰਪੂਰ ਪਤਿਤ ਪਾਵਨ ਭਗਤ ਵਸ਼ਲ ਅੰਤਰਜਾਮੀ ਦੀਨ ਦਇਆਲ ਮਿਹਰਬਾਨ। ਲੋਕ ਪ੍ਰਲੋਕ ਕੇ ਰਾਖੇ ਗਰੀਬ ਨਵਾਜ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਮਹਾਨ ਕਿਰਪਾਲਤਾ ਦਇਆਲਤਾ ਦਾ ਸਦਕਾ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਪਾਵਨੀ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦੀਵਾਨ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦਵਾਰ। ਨਾਨਕ ਏਵੈ ਜਾਣ ਗਿਆ ਸਭ ਆਪੇ ਸਚਿਆਰ। ਸਤਿਗੁਰਾਂ ਨੇ ਤਰਸ ਕਰਕੇ ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕੀਤੀ ਹੈ। ਤਰਸ ਪਾਇਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੈ ਹਰਿਆ। ਅਸਲ ਜੀਵਨ ਗਰੀਬ ਨਵਾਜ ਸਤਿਗੁਰੂ ਜੀ ਜਿਸ ਨੂੰ ਆਖਦੇ ਹਨ ਉਹ ਨਾਮ ਦੇ ਵਿੱਚੋਂ ਮਿਲਦਾ ਹੈ, ਸਤ ਸੰਗਤ ਕਰਨ ਦੇ ਨਾਲ ਪ੍ਰਾਪਤ ਹੁੰਦਾ ਹੈ। ਗਰੀਬ ਨਵਾਜ ਸਤਿਗੁਰੂ ਜੀ ਨੇ ਜੋ ਬਚਨ ਫਰਮਾਏ ਕਿ ਜੀਵਨ ਉਹੀ ਹੈ ਜੋ ਵਾਹਿਗੁਰੂ ਜੀ ਨੂੰ ਜਪਣਾ ਹੈ, ਸੁਣਨਾ ਹੈ, ਆਰਾਧਨਾ ਹੈ। ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਿਰਫ ਖਾਣ ਪੀਣ ਪਹਿਨਣ ਭੋਗਣ ਨੂੰ ਜੀਵਨ ਨਹੀਂ ਕਹਿੰਦੇ ਹਨ। ਉਸ ਨੂੰ ਤਾਂ ਲਾਹਣਤਾਂ ਵੀ ਮਹਾਰਾਜ ਸਾਹਿਬ ਜੀ ਪਾਉਂਦੇ ਹਨ ਕਈ ਵਾਰੀ ਕਿ ਜੇ ਨਾਮ ਭੁੱਲ ਗਿਆ, ਸਿਰਫ ਖਾਣਾ ਪੀਣਾ ਹੀ ਚੇਤੇ ਰਹਿ ਗਿਆ। ਫਿਰ ਉਹ ਖਾਣਾ ਪੀਣਾ ਇਸ ਤਰ੍ਹਾਂ ਹੈ, ਧ੍ਰਿਗ ਧ੍ਰਿਗ ਖਾਇਆ, ਧ੍ਰਿਗ ਧ੍ਰਿਗ ਸੋਇਆ, ਧ੍ਰਿਗ ਧ੍ਰਿਗ ਕਾਪੜ ਅੰਗ ਚੜਾਇਆ, ਧ੍ਰਿਗ ਸਰੀਰ ਕੁਟੰਬ ਸਹਿਤ ਸਿਉ ਜਿਤ ਹੁਣ ਖਸਮ ਨਾ ਪਾਇਆ। ਪੌੜੀ ਛੁੜਕੀ ਫਿਰ ਹਾਥ ਨਾ ਆਵੈ ਅਹਿਲਾ ਜਨਮ ਗਵਾਇਆ। ਜੀਵਨੋਂ ਸਫਲ ਜੀਵਨ ਜੀਵਨਾਂ ਦੇ ਵਿੱਚੋਂ ਮਹਾਰਾਜ ਕਹਿੰਦੇ ਉਹ ਜੀਵਨ ਸਫਲ ਹੈ। ਹਰ ਜਪ ਜਪ ਸਦ ਜੀਵਨਾ, ਜੋ ਵਾਹਿਗੁਰੂ ਜੀ ਨੂੰ ਜਪ ਜਪ ਕੇ ਜੀਵਨ ਬਤੀਤ ਕਰਨਾ ਹੈ ਉਹ ਜੀਵਨ ਸਫਲ ਹੈ। ਜੇ ਪ੍ਰਭੂ ਭੁੱਲ ਜਾਂਦਾ ਹੈ, ਹਰ ਬਿਸਰਤ ਸਦਾ ਖੁਆਰੀ, ਫਿਰ ਤੇ ਸਦਾ ਦੀ ਖੁਆਰੀ ਹੈ। ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ, ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਜੇ ਪ੍ਰਭੂ ਨੂੰ ਆਖਦੇ ਹਾਂ ਤਾਂ ਜਿਉਂਦੇ ਹਾਂ, ਜੇ ਵਾਹਿਗੁਰੂ ਵਿਸਰ ਜਾਂਦਾ ਹੈ ਤਾਂ ਮਰਨਾ ਹੁੰਦਾ ਹੈ। ਐਸਾ ਵੀ ਮਹਾਰਾਜ ਨੇ ਕਥਨ ਕੀਤਾ ਹੈ, ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਮ। ਜੀਵਨ ਦੀ ਸਫਲਤਾ ਸਤ ਸੰਗਤ ਕਰਕੇ ਹੈ, ਗੁਰੂ ਦਾ ਦਰਸ਼ਨ ਕਰਕੇ ਹੈ। ਤਾਂ ਹੀ ਆਖਿਆ ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹਉ ਬਲਿਹਾਰੀ ਸਤਿਗੁਰ ਚਰਨਾ। ਧੰਨ ਸੋ ਵੇਲਾ ਘੜੀ ਧੰਨ, ਧੰਨ ਮੂਰਤ ਪਲ ਸਾਰ, ਧੰਨ ਸੋ ਦਿਨਸ ਸੰਜੋਗੜਾ ਜਿਤ ਡਿਠਾ ਗੁਰ ਦਰਸਾਰ। ਗੁਰ ਕਾ ਦਰਸ਼ਨ ਦੇਖ ਦੇਖ ਜੀਵਾਂ।
ਜੋ ਇਹ ਬਚਨ ਕਿਹਾ ਹੈ ਨਾ, ਗੁਰ ਕਾ ਦਰਸ਼ਨ ਦੇਖ ਦੇਖ ਜੀਵਾਂ, ਇਸ ਜੀਵਾਂ ਨੂੰ ਅਸਲ ਜੀਵਨ ਮਹਾਰਾਜ ਕਹਿੰਦੇ ਆ। ਜੋ ਗੁਰੂ ਕਾ ਦਰਸ਼ਨ ਨਹੀਂ ਕਰਦਾ ਹੈ, ਸਵਾਸ ਤਾਂ ਉਹਦੇ ਵੀ ਚੱਲਦੇ ਹਨ, ਖਾਂਦਾ ਪੀਂਦਾ ਤੇ ਉਹ ਵੀ ਹੈ, ਸੰਸਾਰ ਵਿੱਚ ਜਿਉਂਦਾ ਤਾਂ ਉਹ ਵੀ ਹੈ, ਪਰ ਮਹਾਰਾਜ ਕਹਿੰਦੇ ਉਹ ਅਸਲ ਜੀਵਨਾ ਨਹੀਂ ਹੈ। ਅਸਲ ਜੀਵਨ ਗੁਰੂ ਕਾ ਦਰਸ਼ਨ ਕਰਕੇ ਪ੍ਰਾਪਤ ਹੁੰਦਾ ਹੈ। ਗੁਰ ਕਾ ਦਰਸ਼ਨ ਦੇਖ ਦੇਖ ਜੀਵਾਂ, ਗੁਰ ਕੇ ਚਰਨ ਧੋਏ ਧੋਏ ਪੀਵਾਂ, ਤਿਸ ਗੁਰ ਕਾ ਸਿਮਰਉ ਸਾਸ ਸਾਸ, ਗੁਰ ਮੇਰੇ ਪ੍ਰਾਣ ਸਤਿਗੁਰ ਮੇਰੀ ਰਾਸ। ਤਾਂ ਜਗਤ ਗੁਰੂ ਜੀ ਗਰੀਬ ਨਵਾਜ ਸਾਹਿਬ ਜੀ ਕਿਰਪਾ ਕਰਦੇ ਹਨ। ਲੜੀਵਾਰ ਰੂਪ ਦੇ ਵਿੱਚ ਜੋ ਪਾਵਨ ਪਵਿੱਤਰ ਉਪਦੇਸ਼ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰ ਰਹੇ ਹਨ ਸਾਧ ਸੰਗਤ ਜੀ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ, ਆਨੰਦ ਸਾਹਿਬ ਦੀ ਬਾਣੀ, 12 ਪੌੜੀਆਂ ਦੀ ਵਿਚਾਰ ਪਿਛੇ ਹੋਈ ਹੈ। 13ਵੀਂ ਪੌੜੀ ਆਰੰਭ ਹੋ ਰਹੀ ਹੈ। ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਸਭ ਮਾਈ ਭਾਈ ਰਸਨਾ ਪਵਿੱਤਰ ਕਰੋ ਜੀ। ਉਚਾਰਨ ਕਰੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਵਾਹਿਗੁਰੂ ਜੀ। ਸੁਰ ਨਰ ਮਨ ਜਨ ਅੰਮ੍ਰਿਤ ਖੋਜ ਦੇ। ਸੁਰ ਨਾਮ ਹੈ ਦੇਵਤਿਆਂ ਦਾ, ਨਰ ਨਾਮ ਹੈ ਮਨੁੱਖਾਂ ਦਾ, ਮਨ ਨਾਮ ਹੈ ਮੁਨੀਆਂ ਦਾ, ਰਿਸ਼ੀ ਮੁਨੀ। ਜਨ ਨਾਮ ਹੈ ਸੇਵਕਾਂ ਦਾ, ਭਗਤਾਂ ਦਾ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ ਵੀ ਅੰਮ੍ਰਿਤ ਨੂੰ ਦੇਵਤੇ ਵੀ ਖੋਜਦੇ, ਮਨੁੱਖ ਵੀ ਖੋਜਦੇ, ਮੁਨੀ ਮਨਨਸ਼ੀਲ ਮਹਾਤਮਾ ਵੀ ਖੋਜਦੇ, ਜਨ ਸੇਵਕ ਭਗਤ ਵੀ ਖੋਜਦੇ। ਸੁਰ ਨਰ ਮਨ ਜਨ ਅੰਮ੍ਰਿਤ ਖੋਜਦੇ। ਸਾਰੇ ਹੀ ਅੰਮ੍ਰਿਤ ਨੂੰ ਖੋਜਦੇ ਹਨ, ਅੰਮ੍ਰਿਤ ਨੂੰ ਭਾਲਦੇ ਹਨ ਕਿ ਸਾਨੂੰ ਅੰਮ੍ਰਿਤ ਪ੍ਰਾਪਤ ਹੋ ਜਾਵੇ। ਚੌਹਾਂ ਯੁੱਗਾਂ ਦੇ ਵਿੱਚ ਅੰਮ੍ਰਿਤ ਦੀ ਖੋਜ ਕੀਤੀ ਗਈ, ਅੰਮ੍ਰਿਤ ਦੀ ਭਾਲ ਕੀਤੀ ਗਈ। ਤਿੰਨਾਂ ਲੋਕਾਂ ਵਾਲਿਆਂ ਨੇ ਅੰਮ੍ਰਿਤ ਦੀ ਖੋਜ ਕੀਤੀ। ਮਾਤ ਲੋਕ ਵਾਲੇ ਮਨੁੱਖਾਂ ਨੇ ਵੀ ਅੰਮ੍ਰਿਤ ਖੋਜਿਆ, ਪਤਾਲ ਵਾਲਿਆਂ ਨੇ ਵੀ, ਆਕਾਸ਼ ਵਾਲਿਆਂ ਨੇ ਵੀ ਅੰਮ੍ਰਿਤ ਖੋਜਿਆ। ਆਕਾਸ਼ਚਾਰੀ ਸੁਰ ਦੇਵਤੇ ਜੋ ਹਨ, ਉਹਨਾਂ ਦੇਵਤਿਆਂ ਨੇ ਵੀ ਅੰਮ੍ਰਿਤ ਦੀ ਭਾਲ ਕੀਤੀ। ਪਰ ਸਤਿਗੁਰੂ ਜੀ ਕਹਿੰਦੇ ਕਿ ਅੰਮ੍ਰਿਤ ਪ੍ਰਾਪਤ ਨਾ ਹੋਏ। ਅੰਮ੍ਰਿਤ ਨੂੰ ਖੋਜਦੇ ਰਹੇ। ਕਿਸੇ ਨੇ ਅੰਮ੍ਰਿਤ ਮੰਨਿਆ ਹੈ ਸਵਰਗ ਦੇ ਵਿੱਚ, ਵੀ ਸਵਰਗ ਦੇ ਵਿੱਚ ਅੰਮ੍ਰਿਤ ਹੈ। ਕਿਸੇ ਨੇ ਅੰਮ੍ਰਿਤ ਮੰਨਿਆ ਹੈ ਕਿ ਚੰਦਰਮਾ ਦੀਆਂ ਰਿਸ਼ਮਾਂ ਦੇ ਵਿੱਚ ਅੰਮ੍ਰਿਤ ਹੈ। ਉਹ ਚੰਦਰਮਾ ਦੇ ਰਾਹੀਂ ਜਿਹੜੀ ਤਰੇਲ ਪੈਂਦੀ ਉਹਨੂੰ ਹੀ ਅੰਮ੍ਰਿਤ ਮੰਨਦੇ। ਕਿਸੇ ਨੇ ਸਮੁੰਦਰ ਦੇ ਵਿੱਚ ਅੰਮ੍ਰਿਤ ਮੰਨਿਆ ਕਿ ਸਾਗਰ ਦੇ ਵਿੱਚ ਅੰਮ੍ਰਿਤ ਹੈ। ਕਿਸੇ ਨੇ ਅੰਮ੍ਰਿਤ ਮੰਨਿਆ ਹੈ ਕਿ ਕੰਤਾਂ ਦੇ ਹੋਠਾਂ ਦੇ ਵਿੱਚ ਅੰਮ੍ਰਿਤ ਹੈ। ਕਿਸੇ ਨੇ ਕਿਸੇ ਥਾਂ ਤੇ, ਕਿਸੇ ਨੇ ਪਤਾਲ ਵਿੱਚ ਮੰਨਿਆ ਵੀ ਪਤਾਲ ਵਿੱਚ ਅੰਮ੍ਰਿਤ ਹੈ। ਤਾਂ ਖੋਜ ਕਰਦੇ ਰਹੇ। ਜੇ ਚੰਦਰਮਾ ਦੇ ਕੋਲੇ ਅੰਮ੍ਰਿਤ ਹੁੰਦਾ ਤੇ ਚੰਦਰਮਾ ਵਾਧਾ ਘਟਦਾ ਕਿਉਂ? ਕਹਿੰਦੇ ਵੀ ਜੇ ਸਮੁੰਦਰ 'ਚ ਅੰਮ੍ਰਿਤ ਹੁੰਦਾ ਤੇ ਸਮੁੰਦਰ ਖਾਰਾ ਕਿਉਂ ਹੁੰਦਾ? ਉਹ ਤੇ ਆਪ ਖਾਰਾ। ਜੇ ਦੇਵਤਿਆਂ ਕੋਲੇ ਅੰਮ੍ਰਿਤ ਹੁੰਦਾ ਤੇ ਦੇਵਤਿਆਂ ਦਾ ਰਾਜਾ ਇੰਦਰ ਉਹ ਗੌਤਮ ਰਿਸ਼ੀ ਦੇ ਘਰ ਵਿੱਚ ਅਹਿਲਿਆ ਦਾ ਸਤ ਭੰਗ ਕਰਕੇ ਕਲੰਕੀ ਕਿਉਂ ਹੁੰਦਾ? ਤੋੜੀ ਕਿਉਂ ਹੁੰਦਾ? ਗੌਤਮ ਤਪਾ, ਅਹਿਲਿਆ ਇਸਤਰੀ
ਤਿਸ ਦੇਖ ਇੰਦਰ ਲੁਭਾਇਆ, ਸਹਿਸ ਸਰੀਰ ਜਿਹਨ ਭਗ ਹੋਏ, ਤਾਂ ਮਨ ਪਛੁਤਾਇਆ। ਇਹਦਾ ਭਾਵ ਸਵਰਗ ਦੇ ਵਿੱਚ ਵੀ ਅੰਮ੍ਰਿਤ ਨਹੀਂ ਹੈ, ਦੇਵਤਿਆਂ ਦੇ ਕੋਲੇ ਵੀ ਅੰਮ੍ਰਿਤ ਨਹੀਂ ਹੈ। ਦੇਵਤਿਆਂ ਦਾ ਵੱਡਾ ਰਾਜਾ ਇੰਦਰ ਕੋੜੀ ਹੋ ਗਿਆ। ਸਹਿਸ ਸਰੀਰ ਚਿਹਨ ਭਗ ਹੋਏ, ਤਾਂ ਮਨ ਪਛੁਤਾਇਆ। ਹਜ਼ਾਰਾਂ ਭਗਾਂ ਹੋਈਆਂ ਸਰੀਰ ਦੇ ਉੱਤੇ। ਗੌਤਮ ਰਿਸ਼ੀ ਦਾ ਸਰਾਪ ਹੋਇਆ ਸੀ। ਦੇਵਤਿਆਂ ਕੋਲੇ ਵੀ ਅੰਮ੍ਰਿਤ ਨਹੀਂ, ਚੰਦਰਮਾ ਕੋਲੇ ਵੀ ਅੰਮ੍ਰਿਤ ਨਹੀਂ। ਕਹਿੰਦੇ ਵੀ ਕੰਤਾਂ ਦੇ ਹੋਠਾਂ 'ਚ ਅੰਮ੍ਰਿਤ ਲੋਕਾਂ ਨੇ ਮੰਨਿਆ ਹੋਇਆ। ਜੇ ਉੱਥੇ ਹੁੰਦਾ ਤੇ ਉਹ ਪਤੀ ਮਰਦੇ ਕਿਉਂ? ਇਸਤਰੀਆਂ ਵਿਧਵਾ ਕਿਉਂ ਹੁੰਦੀਆਂ? ਉੱਥੇ ਵੀ ਅੰਮ੍ਰਿਤ ਨਹੀਂ ਹੈ। ਸਮੁੰਦਰ 'ਚ ਅੰਮ੍ਰਿਤ ਹੁੰਦਾ ਤੇ ਸਮੁੰਦਰ ਖਾਰਾ ਕਿਉਂ ਹੁੰਦਾ? ਉੱਥੇ ਵੀ ਅੰਮ੍ਰਿਤ ਨਹੀਂ ਹੈ। ਜੇ ਪਤਾਲ ਵਿੱਚ ਅੰਮ੍ਰਿਤ ਹੁੰਦਾ ਤੇ ਪਤਾਲ ਦੇ ਸੱਪ ਨਾਗ ਜ਼ਹਿਰੀਲੇ ਕਿਉਂ ਹੁੰਦੇ? ਜ਼ਹਿਰ ਨਾਲ ਕਿਉਂ ਭਰੇ ਹੁੰਦੇ? ਪਤਾਲ ਵਿੱਚ ਵੀ ਅੰਮ੍ਰਿਤ ਨਹੀਂ ਹੈ। ਅੰਮ੍ਰਿਤ ਦੀ ਭਾਲ ਸਭ ਸਮਿਆਂ ਦੇ ਵਿੱਚ, ਚੌਹਾਂ ਯੁੱਗਾਂ ਦੇ ਵਿੱਚ ਕੀਤੀ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ, ਦੇਵਤੇ ਵੀ ਅੰਮ੍ਰਿਤ ਖੋਜਦੇ ਰਹੇ, ਮਨੁੱਖਾਂ ਨੇ ਵੀ ਅੰਮ੍ਰਿਤ ਨੂੰ ਭਾਲਿਆ, ਮੁਨੀ ਜਨਾਂ ਨੇ ਵੀ ਅੰਮ੍ਰਿਤ ਦੀ ਖੋਜ ਕੀਤੀ। ਸੋ ਅੰਮ੍ਰਿਤ ਗੁਰ ਤੇ ਪਾਇਆ। ਉਹ ਅੰਮ੍ਰਿਤ ਜੋ ਬ੍ਰਹਮਾਨੰਦ ਹੈ, ਜੋ ਨਾਮ ਰਸ ਹੈ, ਜੋ ਮ੍ਰਿਤੂ ਤੋਂ ਰਹਿਤ ਕਰਨ ਵਾਲਾ, ਅਮਰ ਕਰਨ ਵਾਲਾ ਅੰਮ੍ਰਿਤ ਹੈ, ਸੋ ਅੰਮ੍ਰਿਤ ਗੁਰ ਤੇ ਪਾਇਆ। ਉਹ ਗੁਰੂ ਸਾਹਿਬ ਜੀ ਦੇ ਪਾਸੋਂ ਪਾਇਆ। ਉਹ ਅੰਮ੍ਰਿਤ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਬਖਸ਼ਿਆ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ। ਸੰਸਾਰ ਦੇ ਵਿੱਚ ਪ੍ਰਗਟ ਹੋ ਕਰਕੇ ਤੇ ਮਹਾਰਾਜ ਨੇ ਚਰਨ ਅੰਮ੍ਰਿਤ ਬਖਸ਼ਿਆ। ਚਰਨ ਪੌਲ ਦੇ ਰਾਹੀਂ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ। ਗੁਰੂ ਘਰ ਦੀ ਸਭ ਤੋਂ ਪਹਿਲੀ ਮਰਿਆਦਾ ਹੈ ਅੰਮ੍ਰਿਤ ਦੀ, ਚਰਨ ਪੌਲ। ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀਆਂ ਵਾਰਾਂ ਵਿੱਚ ਕਥਨ ਕੀਤਾ ਹੈ, ਸੁਣੀ ਪੁਕਾਰ ਦਾਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ, ਚਰਨ ਧੋਏ ਰਹਿ ਰਾਸ ਕਰ, ਚਰਨਾਮ੍ਰਿਤ ਸਿੱਖਾਂ ਪੀ ਲਾਇਆ। ਰਹਿ ਰਾਸ ਦੀ ਮਰਿਆਦਾ ਕਾਇਮ ਕੀਤੀ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਚਰਨ ਧੋਏ ਰਹਿ ਰਾਸ ਕਰ, ਚਰਨਾਮ੍ਰਿਤ ਸਿੱਖਾਂ ਪੀ ਲਾਇਆ। ਆਪਣੇ ਚਰਨਾਂ ਦਾ ਅੰਮ੍ਰਿਤ ਸਿੱਖਾਂ ਨੂੰ ਪਿਲਾਉਣਾ ਕੀਤਾ। ਜਿਸ ਨੂੰ ਸਿੱਖੀ ਦੀ ਦਾਤ ਬਖਸ਼ੀ, ਉਸ ਨੂੰ ਚਰਨ ਪੌਲ ਮਹਾਰਾਜ ਨੇ ਦਿੱਤੀ। ਇਹ ਮਰਿਆਦਾ ਪਹਿਲੇ ਪਾਤਸ਼ਾਹ ਤੋਂ ਲੈ ਕੇ ਦਸਮ ਪਾਤਸ਼ਾਹ ਤੀਕ ਹੀ ਚੱਲੀ। ਨਾਵੇਂ ਪਾਤਸ਼ਾਹ ਨੇ ਵੀ ਚਰਨ ਪੌਲ ਦਿੱਤੀ ਤੇ ਕੁਝ ਸਾਲ ਦਸਮ ਪਾਤਸ਼ਾਹ ਜੀ ਨੇ ਵੀ ਚਰਨ ਪੌਲ ਬਖਸ਼ੀ ਸਿੱਖਾਂ। 1675 ਈਸਵੀ ਸਨ ਨੂੰ ਨਾਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਹੁੰਦੀ ਹੈ। 1675 ਤੋਂ ਲੈ ਕੇ 1699 ਈਸਵੀ ਸਨ ਤੱਕ ਹਾਲੇ ਖਾਲਸੇ ਦੀ ਸਾਜਨਾ ਨਹੀਂ ਸੀ ਕੀਤੀ ਦਸ਼ਮੇਸ਼ ਪਾਤਸ਼ਾਹ। ਇੰਨੇ ਸਾਲ 75 ਤੋਂ 99 ਤੱਕ ਜਿਨ੍ਹਾਂ ਨੂੰ ਸਿੱਖੀ ਦੀ ਦਾਤ ਬਖਸ਼ਿਸ਼ ਕੀਤੀ ਆ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਨੂੰ ਚਰਨ ਪੌਲ ਹੀ ਦਿੰਦੇ ਰਹੇ। ਫਿਰ 1699 ਈਸਵੀ 1756 ਬਿਕਰਮੀ ਸੰਮਤ ਦੀ ਵੈਸਾਖੀ ਵਾਲੇ ਦਿਨ ਮਹਾਰਾਜ ਨੇ 5 ਸਿੱਖਾਂ ਦੇ ਸੀਸ ਲਏ ਤੇ ਫਿਰ ਗਰੀਬ ਨਵਾਜ ਸਾਹਿਬ ਜੀ ਨੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ। ਚਰਨ ਪੌਲ ਨੂੰ ਖੰਡੇ ਦੀ ਪੌਲ ਦੇ ਵਿੱਚ ਤਬਦੀਲ ਕੀਤਾ। ਖੰਡੇ ਬਾਟੇ ਦਾ ਅੰਮ੍ਰਿਤ ਮਹਾਰਾਜ ਸਾਹਿਬ ਨੇ ਬਖਸ਼ਿਆ। 5 ਨੂੰ ਮਹਾਰਾਜ ਸਾਹਿਬ ਜੀ ਨੇ ਅੰਮ੍ਰਿਤ ਛਕਾ ਕੇ ਆਖਿਆ, ਇਹ ਸਾਡੇ 5 ਪਿਆਰੇ ਹਨ। ਇਹ ਖਾਲਸਾ ਹੈ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ।
ਪਿਆਰੇ ਦਇਆ ਸਿੰਘ, ਪਿਆਰੇ ਧਰਮ ਸਿੰਘ, ਪਿਆਰੇ ਹਿੰਮਤ ਸਿੰਘ, ਪਿਆਰੇ ਮੋਹਕਮ ਸਿੰਘ, ਪਿਆਰੇ ਸਾਹਿਬ ਸਿੰਘ, ਪੰਜਾਂ ਨੂੰ ਪੰਜ ਕਕਾਰੀ ਮਾਣਾ ਬਖਸ਼ਿਆ। ਪੰਜਾਂ ਹੀ ਸਿੰਘਾਂ ਦੇ ਸੋਹਣੇ ਕੇਸ ਹਨ, ਕੇਸਾਂ ਦੇ ਵਿੱਚ ਸੋਹਣੇ ਕੰਘੇ ਰਖਾਏ ਲੱਕੜ ਦੇ, ਦੂਰੀਆਂ ਦਸਤਾਰਾਂ ਬਣਾਈਆਂ ਮਹਾਰਾਜ ਸਾਹਿਬ ਜੀ ਨੇ, ਗਾਤਰੇ ਸ੍ਰੀ ਸਾਹਿਬਾਂ ਕਿਰਪਾਨਾਂ ਪਵਾਈਆਂ, ਹੱਥਾਂ ਦੇ ਵਿੱਚ ਸਰਬਲੋਹੇ ਦੇ ਕੜੇ ਪਵਾਏ, ਕਛਹਿਰੇ ਪਵਾਏ ਜਤ ਸਤ ਦੀ ਨਿਸ਼ਾਨੀ। ਪੰਜੇ ਕਕਾਰ ਮਹਾਰਾਜ ਨੇ ਬਖਸ਼ ਕਰਕੇ ਤੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਬਖਸ਼ ਕੇ ਆਖਿਆ ਇਹ ਖਾਲਸਾ ਹੈ, ਸਾਡੇ ਪੰਜ ਪਿਆਰੇ। ਫਿਰ ਪੰਜਾਂ ਤੋਂ ਆਪ ਅੰਮ੍ਰਿਤ ਛਕਿਆ। ਜਿਸ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਰੋਮ ਰੋਮ ਵਿੱਚ ਅੰਮ੍ਰਿਤ ਵਸਦਾ ਹੈ, ਰੋਮ ਰੋਮ ਵਿੱਚ ਨਾਮ ਤੇ ਬਾਣੀ ਦਾ ਵਾਸਾ ਹੈ। ਜਦੋਂ ਮਹਾਰਾਜ ਨੇ ਬਚਨ ਕੀਤਾ ਨਾ, ਪਿਆਰੇ ਦਇਆ ਸਿੰਘ ਜੀ, ਜਿਵੇਂ ਅਸੀਂ ਤੁਹਾਨੂੰ ਪੰਜ ਬਾਣੀਆਂ ਪੜ੍ਹ ਕੇ ਇਹ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਛਕਾਇਆ, ਇਸੇ ਤਰ੍ਹਾਂ ਸਾਨੂੰ ਵੀ ਤੁਸੀਂ ਪੰਜ ਬਾਣੀਆਂ ਪੜ੍ਹ ਕੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਛਕਾਓ। ਤੇ ਪੰਜਾਂ ਹੀ ਸਿੰਘਾਂ ਨੇ ਹੱਥ ਜੋੜ ਕੇ ਕਲਗੀਧਰ ਪਾਤਸ਼ਾਹੀ ਦੇ ਅੱਗੇ ਬੇਨਤੀ ਕੀਤੀ, ਨੀਚਨ ਜਾਤਨ ਕੇ ਹਮ ਬਾਰਿਕ, ਤੋਹੇ ਕਰੁਣਾ ਕਰ ਕੈਸੇ ਨਿਵਾਜੇ। ਮਹਾਰਾਜ ਅਸੀਂ ਨੀਵੀਆਂ ਜਾਤਾਂ ਦੇ, ਤੇ ਕੋਈ ਕਿਤੋਂ ਆਇਆ ਹੈ। ਪਿਆਰੇ ਦਇਆ ਸਿੰਘ ਜੀ ਇਹ ਲਾਹੌਰ ਤੋਂ ਚੱਲ ਕੇ ਆਏ ਸਨ। ਪਿਆਰੇ ਧਰਮ ਸਿੰਘ ਜੀ ਇਹ ਹਸਤਨਾਪੁਰ ਦਿੱਲੀ ਤੋਂ ਚੱਲ ਕੇ ਆਏ ਸਨ। ਇਸੇ ਤਰ੍ਹਾਂ ਬਾਕੀ ਦੇ ਪਿਆਰੇ ਵੀ ਵੱਖਰੇ ਵੱਖਰੇ ਥਾਵਾਂ ਤੋਂ। ਪਿਆਰੇ ਹਿੰਮਤ ਸਿੰਘ ਜੀ, ਪਿਆਰੇ ਮੋਹਕਮ ਸਿੰਘ ਜੀ, ਪਿਆਰੇ ਸਾਹਿਬ ਸਿੰਘ ਜੀ, ਕੋਈ ਜਗਨਨਾਥਪੁਰੀ ਤੋਂ, ਕੋਈ ਇਸੇ ਤਰ੍ਹਾਂ ਬਿਦਰ ਕਰਨਾਟਕ ਤੋਂ, ਤੇ ਕੋਈ ਦਵਾਰਕਾਪੁਰੀ ਤੋਂ ਚੱਲ ਕੇ ਆਏ। ਮਹਾਰਾਜ ਅਸੀਂ ਵੱਖਰੇ ਵੱਖਰੇ ਥਾਵਾਂ ਤੋਂ ਆਪ ਜੀ ਦੀ ਚਰਨ ਸ਼ਰਨ ਵਿੱਚ ਆਉਣ ਵਾਲੇ ਤੇ ਨੀਵੀਆਂ ਜਾਤਾਂ ਵਾਲੇ ਹਾਂ। ਤੁਸੀਂ ਸਾਨੂੰ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਬਖਸ਼ ਕਰਕੇ ਮਹਾਰਾਜ ਸਾਜਿਆ, ਨਿਵਾਜਿਆ, ਤੁਸੀਂ ਕਿਰਪਾ ਕੀਤੀ ਹੈ। ਅਸੀਂ ਆਪ ਜੀ ਨੂੰ ਕਿਵੇਂ ਅੰਮ੍ਰਿਤ ਛਕਾ ਸਕਦੇ ਹਾਂ? ਤੇ ਕਲਗੀਧਰ ਪਾਤਸ਼ਾਹੀ ਨੇ ਆਖਿਆ, ਪਿਆਰੇ ਦਇਆ ਸਿੰਘ ਜੀ, ਤੁਹਾਡੀ ਪਿਛਲੀ ਜਾਤ, ਗੋਤ, ਇਲਾਕਾ ਅੱਜ ਤੋਂ ਸਭ ਕੁਝ ਸਮਾਪਤ ਹੈ। ਤੁਸੀਂ ਵਾਸੀ ਆਨੰਦਪੁਰ ਸਾਹਿਬ ਦੇ ਹੋ। ਤੁਹਾਡਾ ਜਨਮ ਤਖਤ ਸ੍ਰੀ ਕੇਸਗੜ੍ਹ ਸਾਹਿਬ ਦਾ ਹੈ। ਤੁਸੀਂ ਅਕਾਲ ਪੁਰਖ ਵਾਹਿਗੁਰੂ ਦੀ ਮੌਜ ਵਿੱਚੋਂ ਪ੍ਰਗਟ ਹੋਏ ਹੋ। ਤੁਸੀਂ ਵਾਹਿਗੁਰੂ ਦੀ ਫੌਜ ਹੋ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ। ਇਸ ਕਰਕੇ ਤੁਸੀਂ ਨੀਵੇਂ ਨਹੀਂ ਹੋ, ਤੁਸੀਂ ਦਾਤੇ ਹੋ। ਤੇ ਵਾਹਿਗੁਰੂ ਪਰਮੇਸ਼ਰ ਦਾ ਹੁਕਮ ਹੀ ਇਸ ਤਰ੍ਹਾਂ ਹੈ, ਜਿਵੇਂ ਅਸੀਂ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਤੁਹਾਨੂੰ ਛਕਾਇਆ, ਤੁਸੀਂ ਵੀ ਉਸੇ ਤਰ੍ਹਾਂ ਹੀ ਅੰਮ੍ਰਿਤ ਤਿਆਰ ਕਰੋ ਤੇ ਸਾਨੂੰ ਛਕਾਓ। ਫਿਰ ਪੰਜਾਂ ਨੇ ਉਸੇ ਹੀ ਬਾਟੇ ਦੇ ਵਿੱਚ, ਜਿਸ ਬਾਟੇ ਦੇ ਵਿੱਚ ਕਲਗੀਧਰ ਪਾਤਸ਼ਾਹ ਨੇ ਸਰਬਲੋਹ ਦੇ ਬਾਟੇ 'ਚ ਸਰਬਲੋਹ ਦਾ ਖੰਡਾ ਫੇਰਦਿਆਂ ਅੰਮ੍ਰਿਤ ਤਿਆਰ ਕੀਤਾ ਸੀ ਨਾ, ਉਸੇ ਮਰਿਆਦਾ ਅਨੁਸਾਰ ਪੰਜਾਂ ਪਿਆਰਿਆਂ ਨੇ ਅੰਮ੍ਰਿਤ ਤਿਆਰ ਕੀਤਾ। ਵੀਰ ਰਸ ਬੈਠ ਕੇ ਪੰਜ ਬਾਣੀਆਂ ਪੜ੍ਹੀਆਂ, ਸ੍ਰੀ ਜਪਜੀ ਸਾਹਿਬ, ਜਾਪ ਸਾਹਿਬ, ਸੁਦਾ ਸਵਈਏ, ਸ੍ਰੀ ਚੌਪਈ ਸਾਹਿਬ, ਸ੍ਰੀ ਆਨੰਦ ਸਾਹਿਬ ਸੰਪੂਰਨ 40 ਪੌੜੀਆਂ। ਇਹ ਪੰਜ ਬਾਣੀਆਂ ਪੜ੍ਹ ਕੇ ਮਹਾਰਾਜ ਸਾਹਿਬ ਜੀ ਨੇ, ਗਰੀਬ ਨਵਾਜ ਦੇ ਪਿਆਰਿਆਂ ਨੇ, ਪੰਜਾਂ ਪਿਆਰਿਆਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ। ਜਿਵੇਂ ਸਤਿਗੁਰੂ ਜੀ ਨੇ ਪੰਜਾਂ ਨੂੰ ਛਕਾਇਆ ਸੀ ਨਾ, ਉਸੇ ਤਰ੍ਹਾਂ ਹੀ ਹੁਣ ਪੰਜਾਂ ਪਿਆਰਿਆਂ ਨੇ ਕਲਗੀਧਰ ਪਾਤਸ਼ਾਹ ਜੀ ਨੂੰ ਅੰਮ੍ਰਿਤ ਛਕਾਇਆ।
पंजे ही ककार सतगुरु जी ने भी पहने हुए सोहने केस आ धन गुरु गोबिंद सिंह महाराज जी ने केसां दे विच लक्कड़ दा कंघा रखिया होया, दोहरी दस्तार सजाई हुई है। दस्तार ते महाराज साहब जी ने दमाले ते कलगी सजाई हुई है, दमाले दे विच चक्कर लाए हुए हैं। और सतगुरु सच्चे पातशाह जी ने पंजे ही ककार पहने हुए, गात्रे श्री साहब, हथ विच सरबलोह दा कड़ा, तेड़ कशहरा है। महाराज साहब जी बैठे हैं पंजा प्यारिया दे अगे वीर आसन, पंजे ही प्यारे बाटे नूं लै करके ते हुण प्यारे दया सिंह जी एक एक चुला भर के पाउंदे आ कलगीधर पातशाह जी दे बुक दे विच, ते कलगीधर पातशाह श्री गुरु गोबिंद सिंह महाराज जी वो चुला छकदे अमृत दा। ते मर्यादा जो अमृत छकाउण दी है उसे तरह ही पंज प्यारे सहमान कहंदे हन कलगीधर पातशाह नूं एक चुला छका के बोल वाहिगुरु जी का खालसा वाहिगुरु जी की फतेह। महाराज मगर बोलते पंज चुले छके, पंज नेत्रां विच, पंज केसां विच, जिहड़ी मर्यादा अनुसार गुरु साहब जी ने अमृत छकाया पंजां नूं, उसे तरह ही पंजां ने कलगीधर पातशाह जी नूं अमृत छकाया। भावें महाराज साहब जी नूं लोड़ नहीं, क्योंकि गुरु साहब ते अमृत दे दाते है। सतगुरां दे तां रोम रोम विच अमृत दा वासा है, गुरु साहब दे तां रोम रोम विच अमृत बाणी दा वासा है। सतगुरु जी अकाल पुरख परमेश्वर दा सरगुण स्वरूप हन, पर संसार दे विच ये मर्यादा कायम करन वास्ते कि पंजा प्यारिਆਂ ਤੋਂ सब तो पहला ਅਸੀਂ अमृत छकना, भी किसी के मन में कोई शंके की गुजाइश ही ना रह जाए कि मैनू अमृत छकन की लोड़ की है। क्योंकि संसार के लोग ये मन बड़ा चंचल है, कहता है कि मन की सफाई होनी चाहिए है, अमृत की की लोड़ है, ਜਾਂ मेरी तो जी उतना ही अमृत धारियां नालों रहत बड़ी ज्यादा है, मेरा अमृत धारियां नालों की घट है। भावें किन्नी भी अमृत तो बिना कोई साफ सफाई रखता है, कोई रहत रखता है, पर गुरमत कहती है सब तो पहली रहत ही अमृत छकना है। रहतनामे च बचन आउंदे आ भी कई बारी बंदा कह दिंदा ना भी मेरी रहत जी अमृत धारियां वर्गी ही है, मेरा खाना पीना पहनना सब कुछ बड़ा निजमदा है, संजमदा है, पर रहतनामे कहते सब तो पहली रहत ही अमृत छकना है, बाकी रहता तो उदों बाद विच आरंभ होना। प्रथम रहत जह जान खंडे की पाहुड़ छके, सोई सिंह प्रधान अवर पाहुड़ जो ना लए। वो सिंह प्रधान है जिहड़ा गुरु का अमृत छक के पंजा ककारां दी रहत रखदा है, पंज बाणियां पढ़दा है। महाराज साहब जी नूं अमृत छकाया, फिर पंजा प्यारियां तो बाद संगत विच उठ करके पंजा सिखां ने अमृत होर छकिया। जिन्हां ने पंजा प्यारियां तो बाद अमृत छकिया ना, उन्हां नूं फिर गुरु गोबिंद सिंह महाराज ने पंज मुक्तियां दा खिताब दिता। जिवें पंजा सिखां ने जिन्हां ने अपने सीस भेटा कीते, उन्हां नूं महाराज ने आख्या साडे प्यारे हन, प्यारे दया सिंह, प्यारे धर्म सिंह, प्यारे हिम्मत सिंह, प्यारे मोहकम सिंह, प्यारे साहिब सिंह, ये साडे पंज प्यारे हैं। ते पंजा प्यारिਆਂ तो बाद जिन्हां पंजा सिखां ने संगत विच उठ के अमृत छकिया विसाखी वाले दिहाड़े, ते उन्हां नूं महाराज ने आख्या ये पंज साडे मुक्ते सिंह हन। जिथे 40 मुक्ते आ ना साध संगत जी, श्री मुक्तसर साहब वाले खदराने की ढाब ते जिन्हां ने वजीदे की फौज दे नाल मुकाबला कीता सी, माई भाग कौर दे साथी सिंह, भाई महा सिंह दे साथी, जूझ के कुर्बानियां कीतियां सी। ते जिहड़ा पंचायत ने रामे वाले बदावा लिखिया सी
ਉਹ ਭਾਈ ਮਹਾਂ ਸਿੰਘ ਨੇ ਗੁਰੂ ਸਾਹਿਬ ਜੀ ਦੇ ਅੱਗੇ ਬੇਨਤੀ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਤੋਂ ਪੜਵਾਇਆ ਸੀ ਤੇ ਟੁੱਟੀ ਹੋਈ ਸਿੱਖੀ ਦੀ ਸਾਂਝ ਗੰਢਾਈ ਸੀ। ਉਹਨਾਂ 40 ਸਿੱਖਾਂ ਦਾ 40 ਸਿੰਘਾਂ ਦਾ ਆਪਣੇ ਹੱਥੀਂ ਅੰਤਮ ਸੰਸਕਾਰ ਕਰਵਾਇਆ ਸੀ ਕਲਗੀਧਰ ਪਾਤਸ਼ਾਹ ਨੇ ਖਿਦਰਾਣੇ ਦੀ ਢਾਬ ਤੇ ਉਹਨਾਂ 40 ਨੂੰ ਹੀ ਮੁਕਤਿਆਂ ਦਾ ਖਿਤਾਬ ਬਖਸ਼ਿਆ ਸੀ। ਆਖਿਆ ਸੀ ਵੀ ਪੰਥ ਵਿੱਚ ਇਹਨਾਂ 40 ਨੂੰ 40 ਮੁਕਤਿਆਂ ਦੇ ਨਾਮ ਨਾਲ ਯਾਦ ਕੀਤਾ ਜਾਵੇਗਾ। ਅਸੀਂ ਇਹਨਾਂ ਨੂੰ ਮੁਕਤ ਕੀਤਾ। ਇਹ 40 ਸਾਡੇ ਮੁਕਤੇ ਸਿੰਘ ਹਨ। ਇਹ ਅੱਜ ਤੋਂ ਬਾਅਦ ਕੋਈ ਖਿਦਰਾਣੇ ਦੀ ਢਾਬ ਨੂੰ ਇਹ ਖਿਦਰਾਣੇ ਦੀ ਢਾਬ ਨਹੀਂ ਆਖੇਗਾ। ਇੱਥੇ ਇਹਨਾਂ 40 ਸ਼ਹੀਦਾਂ ਸਿੰਘਾਂ ਮੁਕਤਿਆਂ ਦੀ ਯਾਦ ਵਿੱਚ ਸਰੋਵਰ ਲੱਗੇਗਾ ਤੇ ਇਸ ਥਾਂ ਦਾ ਨਾਮ ਸ੍ਰੀ ਮੁਕਤਸਰ ਸਾਹਿਬ ਹੋਵੇਗਾ। ਮੁਕਤਸਰ ਸਾਹਿਬ 40 ਮੁਕਤੇ ਆ, ਸਰ ਨਾਮ ਸਰੋਵਰ ਦਾ ਹੁੰਦਾ ਕਿ ਇੱਥੇ ਸਰੋਵਰ ਲੱਗੇਗਾ 40 ਦੀ ਯਾਦ ਵਿੱਚ। ਜਿਹੜਾ ਮਾਘੀ ਵਾਲੇ ਦਿਹਾੜੇ ਤੇ ਆ ਕੇ ਇੱਥੇ ਇਸ਼ਨਾਨ ਕਰਿਆ ਕਰੇਗਾ 40 ਮੁਕਤਿਆਂ ਸ਼ਹੀਦਾਂ ਦੇ ਅਸਥਾਨ ਤੇ, ਉਹਦੀਆਂ ਮਨੋਕਾਮਨਾਵਾਂ ਭਾਵਨਾਵਾਂ ਪੂਰੀਆਂ ਹੋਣਗੀਆਂ, ਸਿੱਖੀ ਦੀ ਦਾਤ ਪ੍ਰਾਪਤ ਹੋਵੇਗੀ, ਮੁਕਤੀ ਦੀ ਦਾਤ ਪ੍ਰਾਪਤ ਹੋਵੇਗੀ। ਤੇ ਉਹ 40 ਸਿੰਘਾਂ ਦੇ ਨਾਮ ਦੇ ਉੱਤੇ ਹੀ ਸ੍ਰੀ ਮੁਕਤਸਰ ਸਾਹਿਬ ਹੈ। 40 ਨੂੰ ਮਹਾਰਾਜ ਨੇ ਮੁਕਤੇ ਬਖਸ਼ ਕੀਤਾ। ਉਹਨਾਂ ਨੂੰ ਆਖਿਆ ਵੀ ਇਹ ਸਾਡੇ ਮੁਕਤੇ ਸਿੰਘ ਹਨ ਤੇ ਉਸ ਸਥਾਨ ਦਾ ਨਾਮ ਸ੍ਰੀ ਮੁਕਤਸਰ ਸਾਹਿਬ ਹੋਇਆ। ਗੁਰਦੁਆਰੇ ਸਾਹਿਬ ਦਾ ਨਾਮ ਹੈ ਟੁੱਟੀ ਗੰਢੀ ਸਾਹਿਬ। ਕਈ ਅਸਥਾਨ ਹਨ ਉੱਥੇ। ਜਿਵੇਂ ਉਹ 40 ਮੁਕਤੇ ਉਹ ਪੰਥ ਦੇ ਵਿੱਚ ਹਨ, ਇਸੇ ਤਰ੍ਹਾਂ 5 ਮੁਕਤੇ ਵੀ ਹਨ ਸਾਧ ਸੰਗਤ ਜਿਨ੍ਹਾਂ ਨੇ 5 ਪਿਆਰਿਆਂ ਤੋਂ ਬਾਅਦ ਅੰਮ੍ਰਿਤ ਛਕਿਆ। ਉਹਨਾਂ ਦਾ ਨਾਮ ਇਤਿਹਾਸ ਵਿੱਚ ਆਇਆ ਹੈ। ਭਾਈ ਦੇਵਾ ਸਿੰਘ ਜੀ, ਭਾਈ ਰਾਮ ਸਿੰਘ ਜੀ, ਭਾਈ ਟਹਿਲ ਸਿੰਘ ਜੀ, ਭਾਈ ਈਸ਼ਰ ਸਿੰਘ ਜੀ ਤੇ ਭਾਈ ਫਤਿਹ ਸਿੰਘ ਜੀ। ਜਿਵੇਂ ਸਾਨੂੰ 5 ਪਿਆਰਿਆਂ ਦੇ ਨਾਮ ਯਾਦ ਹਨ, ਹਰ ਇੱਕ ਮਾਈ ਭਾਈ ਨੂੰ ਲਗਭਗ ਯਾਦ ਹੀ ਹਨ 5 ਪਿਆਰਿਆਂ ਦੇ ਨਾਮ। ਇਸੇ ਤਰ੍ਹਾਂ ਸਾਨੂੰ ਉਹਨਾਂ 5 ਮੁਕਤਿਆਂ ਦੇ ਨਾਮ ਵੀ ਯਾਦ ਹੋਣੇ ਚਾਹੀਦੇ ਆ ਜਿਨ੍ਹਾਂ ਨੇ 5 ਪਿਆਰਿਆਂ ਤੋਂ ਬਾਅਦ ਵਿੱਚ ਅੰਮ੍ਰਿਤ ਛਕਿਆ ਸੀ। ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਨੇ ਇਹ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ। ਫਿਰ ਇਤਿਹਾਸ ਕਹਿੰਦਾ ਹੈ ਕਿ ਵਿਸਾਖੀ ਵਾਲੇ ਦਿਹਾੜੇ ਤੇ ਸਾਰਾ ਦਿਨ ਅੰਮ੍ਰਿਤ ਸੰਚਾਰ ਹੋਇਆ। ਕਲਗੀਧਰ ਪਾਤਸ਼ਾਹ ਜੀ ਨੇ 5 ਪਿਆਰਿਆਂ ਦੇ ਰਾਹੀਂ ਆਪ ਵਿੱਚ ਵਰਤ ਕੇ ਤੇ ਸੰਗਤ ਨੂੰ, ਮਾਈਆਂ ਭਾਈਆਂ ਨੂੰ ਅੰਮ੍ਰਿਤ ਛਕਾਇਆ ਤੇ ਸ਼ਾਮ ਤੀਕ 20,000 ਸਿੰਘ ਸਿੰਘਣੀਆਂ ਨੇ ਅੰਮ੍ਰਿਤ ਛਕ ਕੇ ਤਿਆਰ ਹੋਣਾ ਕੀਤਾ ਵਿਸਾਖੀ ਵਾਲੇ ਦਿਹਾੜੇ ਤੇ। 20,000 ਕਿਉਂਕਿ ਛੋਟੀ ਗਿਣਤੀ ਨਹੀਂ, 20,000 ਨੂੰ ਅੰਮ੍ਰਿਤ ਛਕਾਉਣਾ ਵੀ ਕੋਈ ਛੋਟੀ ਗੱਲ ਨਹੀਂ ਇੱਕ ਦਿਨ ਦੇ ਵਿੱਚ। ਕਿਉਂਕਿ 5 ਬਾਣੀਆਂ ਪੜ੍ਹ ਕੇ ਅੰਮ੍ਰਿਤ ਤਿਆਰ ਹੁੰਦਾ ਹੈ ਤੇ ਫਿਰ ਇੱਕ ਨੂੰ ਇੱਕ ਚੁਲਾ ਛਕਾਇਆ ਜਾਂਦਾ ਹੈ। ਫਿਰ 5 ਚੁਲੇ ਛਕਣੇ, 5 ਨੇਤਰਾਂ ਵਿੱਚ ਪੈਣੇ, 5 ਸੀਸ ਵਿੱਚ ਪੈਣੇ, 19 ਵਾਰ ਨਾਲ ਫਤਿਹ ਬੁਲਾਉਣੀ ਤੇ ਫਿਰ ਸਾਰਿਆਂ ਨੂੰ 5 ਕਕਾਰਾਂ ਦੀ ਰਹਿਤ ਦੱਸਣੀ, ਮੂਲ ਮੰਤਰ ਜਪਾਉਣਾ, ਗੁਰ ਮੰਤਰ ਦ੍ਰਿੜ ਕਰਾਉਣਾ ਤੇ ਫਿਰ 5 ਕਕਾਰਾਂ ਦੀ ਰਹਿਤ। ਫਿਰ ਬੱਜਰ ਕ੍ਰਿਤਾਂ ਦਾ ਤਿਆਗ ਕਰਨਾ, ਉਹ ਬੱਜਰ ਕ੍ਰਿਤਾਂ ਬਾਰੇ ਦੱਸਣਾ, ਰਹਿਣੀ ਵੀ ਸਾਰੀ ਰਹਿਤ ਮਰਿਆਦਾ ਵੀ ਦੱਸਣੀ। ਤੇ ਕਿੰਨਾ ਸਮਾਂ ਲੱਗਦਾ ਹੈ ਸਾਰੀ ਮਰਿਆਦਾ ਤੇ। ਸ਼ਾਮ ਤੀਕ ਵਿਸਾਖੀ ਵਾਲੇ ਦਿਹਾੜੇ ਤੇ 20,000 ਗੁਰੂ ਕਾ ਖਾਲਸਾ ਅੰਮ੍ਰਿਤ ਛਕ ਕੇ ਤਿਆਰ ਹੋਇਆ। ਔਰ ਇਸੇ ਦਿਨ ਹੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਾਤਾ ਜੀ ਨੇ ਵੀ ਅੰਮ੍ਰਿਤ ਛਕਿਆ। ਮਾਤਾ ਗੁਜਰੀ ਜੀ ਨੇ ਅੰਮ੍ਰਿਤ ਛਕ ਕੇ ਨਾਮ ਹੋਇਆ ਮਾਤਾ ਗੁਜਰ ਕੌਰ। ਗੁਰੂ ਕੇ ਧਰਮ ਪਤਨੀਆਂ ਨੇ ਵੀ ਅੰਮ੍ਰਿਤ ਛਕਿਆ। ਮਹਾਰਾਜ ਦੇ ਮਹਿਲ ਮਾਤਾ ਜੀਤੋ ਜੀ, ਮਾਤਾ ਸੁੰਦਰੀ ਜੀ, ਉਹਨਾਂ ਨੇ ਅੰਮ੍ਰਿਤ ਛਕਿਆ ਤੇ ਨਾਮ ਹੋਇਆ ਮਾਤਾ ਅਜੀਤ ਕੌਰ, ਮਾਤਾ ਸੁੰਦਰ ਕੌਰ। ਮਾਤਾ ਸਾਹਿਬ ਕੌਰ ਜੀ 1 ਸਾਲ ਬਾਅਦ ਵਿੱਚ ਆਏ ਸਨ। 1699 ਦੀ ਵਿਸਾਖੀ ਤੋਂ 1 ਸਾਲ ਬਾਅਦ ਵਿੱਚ ਅਨੰਦਪੁਰ ਸਾਹਿਬ ਆਏ ਸੀ। ਉਹਨਾਂ ਦਾ ਆਨੰਦ ਕਾਰਜ ਸਾਲ ਬਾਅਦ ਵਿੱਚ ਹੁੰਦਾ ਹੈ। ਉਹਨਾਂ ਨੇ ਉਦੋਂ ਜਦੋਂ ਸਾਲ ਬਾਅਦ ਆਏ ਸੀ ਉਦੋਂ ਅੰਮ੍ਰਿਤ ਛਕ ਕੇ ਫਿਰ ਮਾਤਾ ਸਾਹਿਬ ਕੌਰ ਜੀ ਹੋਏ। ਗੁਰੂ ਕੇ 4 ਹੀ ਸਾਹਿਬਜ਼ਾਦਿਆਂ ਨੇ ਅੰਮ੍ਰਿਤ ਛਕਿਆ ਤੇ ਆਪਾਂ ਜਾਣਦੇ ਹਾਂ 4 ਹੀ ਸਾਹਿਬਜ਼ਾਦਿਆਂ ਦੇ ਨਾਮ ਦੇ ਨਾਲ ਸਿੰਘ ਅੱਖਰ ਲੱਗਦਾ। ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ। ਇਹ ਅੰਮ੍ਰਿਤ
ਸਤਿਗੁਰੂ ਜੀ ਨੇ ਜੋ ਪਹਿਲਾਂ 9 ਸਰੂਪਾਂ ਵਿੱਚ ਚਰਨ ਪੌਲ ਦੇ ਰੂਪ ਵਿੱਚ ਬਖਸ਼ਿਸ਼ ਕੀਤਾ, ਤੇ ਦਸਮ ਪਾਤਸ਼ਾਹ ਜੀ ਨੇ ਖੰਡੇ ਬਾਟੇ ਦੇ ਅੰਮ੍ਰਿਤ ਦੇ ਰੂਪ ਦੇ ਵਿੱਚ ਮਹਾਰਾਜ ਨੇ ਅੰਮ੍ਰਿਤ ਬਖਸ਼ਿਆ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ, ਜਿਸ ਅੰਮ੍ਰਿਤ ਨੂੰ ਸੁਰ ਨਰ ਮਨ ਜਨ ਅੰਮ੍ਰਿਤ ਖੋਜਦੇ ਰਹੇ, ਭਾਲਦੇ ਰਹੇ, ਦੇਵਤੇ ਮਨੁੱਖ ਮੁਨੀ ਜਨ ਸਾਰੇ ਹੀ, ਸੋ ਅੰਮ੍ਰਿਤ ਗੁਰ ਤੇ ਪਾਇਆ। ਉਹ ਅੰਮ੍ਰਿਤ, ਅੰਮ੍ਰਿਤ ਨਾਮ ਹੈ ਸਾਧ ਸੰਗਤ ਜੀ ਮੌਤ ਦਾ, ਤੇ ਅੰਮ੍ਰਿਤ ਨਾਮ ਹੈ ਉਹ ਸ਼ਕਤੀ, ਉਹ ਬਖਸ਼ਿਸ਼, ਉਹ ਦਾਤ ਜਿਹੜੀ ਮੌਤ ਤੋਂ ਰਹਿਤ ਕਰ ਦਿੰਦੀ ਹੈ, ਜੋ ਅਮਰ ਕਰ ਦਿੰਦੀ ਹੈ। ਅੰਮ੍ਰਿਤ ਦਾ ਭਾਵ ਹੀ ਇਹ ਹੈ ਜੋ ਜੀਵਨ ਦੇਣ ਵਾਲਾ, ਜੋ ਮੌਤ ਤੋਂ ਰਹਿਤ ਕਰਨ ਵਾਲਾ। ਅੰਮ੍ਰਿਤ ਮ੍ਰਿਤੂ ਤੋਂ ਰਹਿਤ ਕਰਨ ਵਾਲਾ, ਅਮਰ ਕਰਨ ਵਾਲਾ ਗੁਰੂ ਕਾ ਅੰਮ੍ਰਿਤ। ਇਹ ਸਤਿਗੁਰੂ ਜੀ ਨੇ ਨਾਮ ਰੂਪੀ ਅੰਮ੍ਰਿਤ ਬਖਸ਼ਿਆ। ਨਾਮ ਵੀ ਅੰਮ੍ਰਿਤ ਹੈ ਸਾਧ ਸੰਗਤ ਜੀ। ਨਾਮ ਨੂੰ ਵੀ ਗੁਰਬਾਣੀ ਅੰਦਰ ਮਹਾਰਾਜ ਨੇ ਅੰਮ੍ਰਿਤ ਆਖਿਆ ਹੈ। ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵਹੁ ਭਾਈ। ਸਤਿਗੁਰੂ ਕਹਿੰਦੇ, ਭਾਈ ਮਿਲ ਕਰਕੇ ਸੰਗਤ ਵਿੱਚ ਨਾਮ ਜਪੋ, ਇਹ ਨਾਮ ਵੀ ਅੰਮ੍ਰਿਤ ਹੈ। ਫਿਰ ਮਹਾਰਾਜ ਨੇ ਧੁਰ ਕੀ ਬਾਣੀ ਆਪਣੇ ਕੰਠੋਂ ਉਚਾਰਨ ਕੀਤੀ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪੂਰਨ ਬਾਣੀ, ਇੱਕ ਓੰਕਾਰ ਤੋਂ ਲੈ ਕੇ 18, 10, 20 ਤੱਕ। ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਾਣੀ, ਸ੍ਰੀ ਜਾਪ ਸਾਹਿਬ ਤੋਂ ਲੈ ਕੇ ਜਫਰਨਾਮੇ ਤੱਕ, ਹੋਰ ਬੇਅੰਤ ਬਾਣੀ ਸਤਿਗੁਰੂ ਜੀ ਦੀ। ਇਹ ਸਾਰੀ ਗੁਰੂ ਕੀ ਬਾਣੀ, ਧੁਰ ਕੀ ਬਾਣੀ, ਅਕਾਲੀ ਬਾਣੀ, ਇਹ ਬਾਣੀ ਗੁਰੂ ਸਾਹਿਬ ਜੀ ਕੀ ਇੱਕ ਇੱਕ ਅੱਖਰ, ਇੱਕ ਇੱਕ ਪੰਕਤੀ, ਇੱਕ ਇੱਕ ਸ਼ਬਦ, ਇੱਕ ਇੱਕ ਬਾਣੀ, ਇਹ ਸਾਰੀ ਅੰਮ੍ਰਿਤ ਹੈ ਸਾਧ ਸੰਗਤ। ਬਾਣੀ ਨੂੰ ਵੀ ਅੰਮ੍ਰਿਤ ਆਖਿਆ ਮਹਾਰਾਜ ਨੇ। ਨਾਮ ਵੀ ਅੰਮ੍ਰਿਤ ਹੈ ਤੇ ਗੁਰੂ ਕੀ ਬਾਣੀ ਵੀ ਅੰਮ੍ਰਿਤ ਹੈ। ਇਹ ਇੱਕ ਇੱਕ ਸ਼ਬਦ ਨੂੰ ਪੜ੍ਹਨਾ, ਇੱਕ ਇੱਕ ਪੰਕਤੀ ਨੂੰ ਪੜ੍ਹਨਾ, ਇਹ ਅੰਮ੍ਰਿਤ ਦੀਆਂ ਹੀ ਘੁੱਟਾਂ ਭਰਨੀਆਂ ਹਨ। ਇਹ ਅੰਮ੍ਰਿਤ ਹੈ। ਤਾਂ ਹੀ ਮਹਾਰਾਜ ਨੇ ਆਖਿਆ ਨਾ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਅੰਮ੍ਰਿਤ ਪਰਮਗਤੀ ਦਿੰਦਾ, ਗੁਰੂ ਕੀ ਬਾਣੀ ਪਰਮਗਤੀ ਦਿੰਦੀ ਹੈ। ਸੁਣ ਸੁਣ ਹੋਵੇ ਪਰਮਗਤ ਮੇਰੀ, ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਜਲਨ ਬੁਝਾਉਣ ਵਾਲੀ ਹੈ ਤੇ ਮਨ ਨੂੰ ਠੰਡਾ ਠਾਰ ਕਰਨ ਵਾਲੀ ਹੈ, ਮਨ ਦਾ ਸਾੜਾ ਦੂਰ ਕਰਨ ਵਾਲੀ ਗੁਰੂ ਕੀ ਬਾਣੀ ਹੈ। ਇੱਕ ਵਾਰੀ ਨਹੀਂ, ਬੇਅੰਤ ਵਾਰੀ ਮਹਾਰਾਜ ਸਾਹਿਬ ਜੀ ਨੇ ਆਖਿਆ। ਗਰੀਬ ਨਵਾਜ਼ ਸਾਹਿਬ ਜੀ ਕਹਿੰਦੇ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਨ ਕਾ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ, ਪੀਵਹੁ ਅੰਮ੍ਰਿਤ। ਗੁਰਬਾਣੀ ਪੜਨ ਨੂੰ, ਗੁਰਬਾਣੀ ਗਾਉਣ ਨੂੰ, ਨਾਮ ਜਪਣ ਨੂੰ ਕਹਿੰਦੇ ਅੰਮ੍ਰਿਤ ਵਾ। ਗੁਰਸਿੱਖੋ, ਇਹ ਨਾਮ ਤੇ ਬਾਣੀ ਦਾ ਅੰਮ੍ਰਿਤ ਪੀਣਾ ਕਰੋ। ਪੀਵਹੁ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰਗ ਪਾਣੀ, ਕਹੈ ਨਾਨਕ ਸਦਾ ਗਾਵੋ। ਇਹ ਅੰਮ੍ਰਿਤ ਬਾਣੀ, ਇਹ ਸੱਚੀ ਬਾਣੀ, ਇਹ ਗੁਰੂ ਕੀ ਸੱਚੀ ਬਾਣੀ, ਇਹ ਅੰਮ੍ਰਿਤ ਬਾਣੀ। ਅੰਮ੍ਰਿਤ ਬਾਣੀ ਹਰ ਹਰ ਤੇਰੀ। ਫਿਰ ਮਹਾਰਾਜ ਸਾਹਿਬ ਕਹਿੰਦੇ ਆ, ਜਿੱਥੇ ਗੁਰਬਾਣੀ ਗਾਉਣ ਵਾਸਤੇ, ਉੱਥੇ ਗੁਰਬਾਣੀ ਸੁਣਨ ਵਾਸਤੇ ਗੁਰੂ ਸਾਹਿਬ ਦਾ ਹੁਕਮ ਹੈ। ਸੁਣ ਵਡ ਭਾਗੀਆ ਹਰਿ ਅੰਮ੍ਰਿਤ ਬਾਣੀ ਰਾਮ। ਇਹ ਵੱਡਿਆਂ ਭਾਗਾਂ ਵਾਲਿਆ ਗੁਰਸਿੱਖਾ ਜਗਿਆਸੂਆ, ਗੁਰੂ ਕੀ ਬਾਣੀ ਨੂੰ ਪੜ੍ਹ, ਗੁਰੂ ਕੀ ਬਾਣੀ ਨੂੰ ਗਾ, ਗੁਰੂ ਕੀ ਬਾਣੀ ਨੂੰ ਸੁਣ। ਮਹਾਰਾਜ ਕਹਿੰਦੇ ਅੰਮ੍ਰਿਤ ਹੈ ਗੁਰਸਿੱਖਾ, ਅੰਮ੍ਰਿਤ। ਸੁਣ ਵਡ ਭਾਗੀਆ ਹਰਿ ਅੰਮ੍ਰਿਤ ਬਾਣੀ ਰਾਮ, ਜਿਨ ਕਾ ਕਰਮ ਲਿਖੀ ਤਿਸ ਹਿਰਦੈ ਸਮਾਣੀ ਰਾਮ। ਅਕਥ ਕਹਾਣੀ ਤਿਨੀ ਜਾਣੀ, ਜਿਸ ਆਪ ਪ੍ਰਭ ਕਿਰਪਾ ਕਰੇ ਅਮਰ ਥੀਆ। ਫਿਰ ਨਾ ਮੂਆ। ਗੁਰਸਿੱਖਾ ਗੁਰਬਾਣੀ ਪੜ੍ਹੇਗਾ ਤੇ ਅਮਰ ਹੋ ਜਾਵੇਗਾ। ਅੰਮ੍ਰਿਤ ਪੀਣ ਵਾਲਾ ਅਮਰ ਹੋ ਜਾਂਦਾ। ਨਾਮ ਜਪੇਗਾ ਤੇ ਅਮਰ ਹੋ ਜਾਵੇਗਾ। ਜੰਮਣਾ ਮਰਨਾ ਹੀ ਮੁੱਕ ਜਾਵੇਗਾ, ਮੌਤ ਦੂਰ ਹੋ ਜਾਵੇਗੀ, ਅੰਮ੍ਰਿਤ ਅਮਰ ਹੋ ਜਾਵੇਗਾ। ਅਮਰ ਥੀਆ ਫਿਰ ਨਾ ਮੂਆ,
ਕਲ ਕਲੇਸਾ ਦੁਖ ਹਰੇ, ਹਰ ਸਰਨ ਪਾਈ ਤਜ ਨਾ ਜਾਈ, ਪ੍ਰਭ ਪ੍ਰੀਤ ਮਨ ਤਨ ਭਾਣੀ, ਬਿਨਵੰਤ ਨਾਨਕ ਸਦਾ ਗਾਈਐ ਪਵਿੱਤਰ ਅੰਮ੍ਰਿਤ ਬਾਣੀ। ਇਹ ਪਵਿੱਤਰ ਗੁਰੂ ਕੀ ਅੰਮ੍ਰਿਤ ਬਾਣੀ ਸਦਾ ਗਾਈਏ। ਤੋ ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਨਾਮ ਨੂੰ ਵੀ ਅੰਮ੍ਰਿਤ ਆਖਿਆ ਹੈ, ਗੁਰਬਾਣੀ ਨੂੰ ਵੀ ਅੰਮ੍ਰਿਤ ਆਖਿਆ। ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵਹੁ ਭਾਈ। ਉਥੇ ਮਹਾਰਾਜ ਕਹਿੰਦੇ ਗੁਰਬਾਣੀ ਦਾ ਵੀ ਜੋ ਜਾਪ ਕਰਨਾ, ਇਹ ਵੀ ਅੰਮ੍ਰਿਤ ਪੀਣਾ। ਇਹ ਅੰਮ੍ਰਿਤ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ। ਜਿੱਥੇ ਇਹ ਅੰਮ੍ਰਿਤ ਦਿੱਤਾ ਹੈ, ਉੱਥੇ ਪ੍ਰਤੱਖ ਚਰਨ ਪੌਲ ਦਾ ਅੰਮ੍ਰਿਤ, ਫਿਰ 10ਵੇਂ ਜਾਮੇ ਵਿੱਚ ਖੰਡੇ ਬਾਟੇ ਦਾ ਅੰਮ੍ਰਿਤ ਮਹਾਰਾਜ ਸਾਹਿਬ ਜੀ ਨੇ ਬਖਸ਼ਿਆ। ਜਿਸ ਅੰਮ੍ਰਿਤ ਨੂੰ ਚੌਹਾਂ ਯੁੱਗਾਂ ਦੇ ਵਿੱਚ ਖੋਜਦੇ ਰਹੇ, ਭਾਲਦੇ ਰਹੇ, ਉਹ ਮਿਰਤੂ ਤੋਂ ਰਹਿਤ ਕਰਨ ਵਾਲਾ ਅੰਮ੍ਰਿਤ ਗੁਰੂ ਸਾਹਿਬ ਜੀ ਦੇ ਪਾਸੋਂ ਪਾਇਆ ਹੈ, ਪ੍ਰਾਪਤ ਕੀਤਾ ਹੈ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ ਗੁਰੂ ਸਾਹਿਬ ਜੀ ਦੇ ਪਾਸੋਂ ਪਾਇਆ ਅੰਮ੍ਰਿਤ, ਅੰਮ੍ਰਿਤ ਪ੍ਰਾਪਤ ਕੀਤਾ। ਉਦੋਂ ਪਾਇਆ ਜਦੋਂ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਜਦੋਂ ਕਿਰਪਾ ਕੀਤੀ ਹੈ। ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਹੀ ਅੰਮ੍ਰਿਤ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਸਾਹਿਬ ਹੀ ਅੰਮ੍ਰਿਤ ਦੀ ਦਾਤ ਬਖਸ਼ਦੇ ਹਨ। ਇੱਕ ਸਾਧ ਸੰਗਤ ਜੀ, ਜਨਮ ਸਾਡਾ ਹੈ ਜੋ ਮਾਤਾ ਪਿਤਾ ਦੇ ਸੰਬੰਧ ਦੇ ਨਾਲ ਹੋਇਆ। ਮਾਤਾ ਪਿਤਾ ਦੇ ਸੰਬੰਧ ਦੁਆਰਾ ਸੰਸਾਰ ਦੇ ਵਿੱਚ ਬੱਚੇ ਬੱਚੀ ਦਾ ਜਨਮ ਹੁੰਦਾ ਹੈ। ਸਾਡਾ ਸਾਰਿਆਂ ਦਾ ਜਨਮ ਹੋਇਆ, ਇੱਕੋ ਜਨਮ ਹੈ। ਤੇ ਦੂਜਾ ਜਨਮ ਉਸ ਵੇਲੇ ਪ੍ਰਾਪਤ ਹੁੰਦਾ ਹੈ ਜੀਵ ਨੂੰ, ਜਿਸ ਵੇਲੇ ਗੁਰੂ ਕੀ ਸਿੱਖੀ ਪ੍ਰਾਪਤ ਕਰਦਾ। ਜਿਸ ਵੇਲੇ ਗੁਰੂ ਦਾ ਅੰਮ੍ਰਿਤ ਅਸੀਂ ਛਕਦੇ ਹਾਂ, ਖੰਡੇ ਬਾਟੇ ਦਾ ਅੰਮ੍ਰਿਤ ਛਕਦੇ ਹਾਂ, ਉਸ ਵੇਲੇ ਪੰਜ ਪਿਆਰੇ ਸਾਹਿਬਾਨ ਕਹਿੰਦੇ ਅੰਮ੍ਰਿਤ ਛਕਣ ਵਾਲੇ, ਅੱਜ ਗੁਰੂ ਘਰ ਵਿੱਚ ਤੇਰਾ ਜਨਮ ਹੋਇਆ, ਅੱਜ ਤੇਰਾ ਦੂਜਾ ਜਨਮ ਹੋਇਆ। ਪਿਛਲੇ ਔਗਣ, ਪਿਛਲੇ ਵਿਕਾਰ, ਪਿਛਲੀਆਂ ਕੁਰੀਤੀਆਂ ਕੁਰੈਤਾਂ, ਅੱਜ ਤੋਂ ਬਾਅਦ ਤੇਰਾ ਪਿਛਲਾ ਸਭ ਕੁਝ ਸਮਾਪਤ। ਅੱਜ ਤੋਂ ਅੱਗੇ ਤੇਰਾ ਨਵਾਂ ਜੀਵਨ ਹੈ। ਤੂੰ ਗੁਰੂ ਘਰੇ ਜੰਮਿਆ। ਹੁਣ ਗੁਰੂ ਕੀ ਸਿੱਖੀ ਧਾਰਨ ਕਰਕੇ ਗੁਰੂ ਕੀ ਰਹਿਤ ਵਿੱਚ ਰਹਿ, ਨਾਮ ਬਾਣੀ ਦਾ ਅਭਿਆਸ ਕਰ, ਤੇ ਫਿਰ ਤੈਨੂੰ ਅਮਰ ਪਦਵੀ ਪ੍ਰਾਪਤ ਹੋਵੇਗੀ। ਇਹ ਹੁਕਮ ਕਰਦੇ ਉਸ ਵੇਲੇ ਪੰਜ ਪਿਆਰੇ ਸਾਹਿਬਾਨ। ਜੋ ਧੁਰ ਕੀ ਬਾਣੀ ਵਿੱਚ ਬਚਨ ਹੈ, ਸਤਿਗੁਰ ਕੈ ਜਨਮੇ ਗਮਨ ਮਿਟਾਇਆ। ਸਤਿਗੁਰੂ ਜੀ ਦੇ ਘਰ ਜਦੋਂ ਜਨਮ ਹੁੰਦਾ ਹੈ, ਫਿਰ ਆਵਾ ਗਾਉਣ ਮਿਟ ਜਾਂਦਾ, ਫਿਰ ਜੰਮਣਾ ਮਰਨਾ ਮਿਟ ਜਾਂਦਾ। ਮਹਾਰਾਜ ਸਾਹਿਬ ਜੀ ਨੇ ਜਿਸ ਵੇਲੇ ਕਿਰਪਾ ਕੀਤੀ, ਤੇ ਤਾਂ ਫਿਰ ਅੰਮ੍ਰਿਤ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰੂ ਜੀ ਨੇ ਅੰਮ੍ਰਿਤ ਬਾਣੀ ਅੰਦਰ ਇਹ ਬਚਨ ਕਹਿ ਕਿ ਹਰੇਕ ਜੀਵ ਦੇ ਅੰਦਰ ਅੰਮ੍ਰਿਤ ਦਾ ਖਜ਼ਾਨਾ ਹੈ। ਹਰੇਕ ਜੀਵ ਦੇ ਹਿਰਦੇ ਦੇ ਵਿੱਚ ਅੰਮ੍ਰਿਤ ਹੈ, ਸਰੀਰ ਦੇ ਵਿੱਚ ਅੰਮ੍ਰਿਤ ਹੈ। ਗਰੀਬ ਨਵਾਜ ਨੇ ਉਦਾਹਰਨਾਂ ਵੀ ਦਿੱਤੀਆਂ, ਆਖਿਆ ਕਿ ਜਿਵੇਂ ਮਿਰਗ ਦੀ ਨਾਭੀ ਦੇ ਵਿੱਚ ਕਸਤੂਰੀ ਹੁੰਦੀ ਹੈ, ਪਰ ਉਹ ਝਾੜੀਆਂ 'ਚ ਮੂੰਹ ਮਾਰਦਾ ਫਿਰਦਾ। ਉਹ ਹਵਾ ਦੇ ਨਾਲ ਸੁਗੰਧੀ ਤਾਂ ਉਹਦੇ ਆਪਣੇ ਅੰਦਰੋਂ ਆਉਂਦੀ ਹੈ, ਤੇ ਉਹਦਾ ਖਿਆਲ ਹੈ, ਭਰਮ ਵਿੱਚ ਪੈ ਜਾਂਦਾ ਹੈ ਕਿ ਇਹ ਝਾੜੀਆਂ ਦੇ ਵਿੱਚੋਂ ਕਿਤੋਂ ਸੁਗੰਧੀ ਆ ਰਹੀ ਹੈ। ਜਦੋਂ ਕਿਤੇ ਉਹਦੇ ਆਪਣੀ ਨਾਭੀ ਦੇ ਨਾਲ ਆਪਣੀਆਂ ਨਾਸਕਾਂ ਲੱਗਦੀਆਂ, ਫਿਰ ਪਤਾ ਲੱਗਦਾ ਹੈ ਖੁਸ਼ਬੋਈ ਤਾਂ ਮੇਰੇ ਅੰਦਰ ਹੀ ਸੀ, ਮੈਂ ਬਾਹਰੋਂ ਲੱਭਦਾ ਫਿਰਦਾ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਬਚਨ ਹੈ, ਜਿਉਂ ਕਸਤੂਰੀ ਮਿਰਗ ਨਾ ਜਾਣੈ, ਭ੍ਰਮ ਦਾ ਭਰਮ ਭੁਲਾਇਆ। ਜਿਵੇਂ ਕਸਤੂਰੀ ਨੂੰ ਇੱਕ ਮਿਰਗ ਨਹੀਂ ਜਾਣਦਾ, ਉਹ ਭਰਮ ਵਿੱਚ ਪਿਆ ਹੋਇਆ ਝਾੜੀਆਂ ਦੇ ਵਿੱਚ, ਜੰਗਲ ਵਿੱਚ ਭੱਜਾ ਫਿਰਦਾ ਹੈ। ਇਸੇ ਤਰ੍ਹਾਂ ਜੀਵ ਬਾਹਰ ਭੱਜਾ ਫਿਰਦਾ ਹੈ, ਬਾਹਰ ਮੁਖੀ ਬਿਰਤੀ ਕਰਕੇ, ਪਰ ਨਾਮ ਦਾ ਖਜ਼ਾਨਾ, ਅੰਮ੍ਰਿਤ ਦਾ ਖਜ਼ਾਨਾ ਇਹਦੇ ਹਿਰਦੇ ਦੇ ਵਿੱਚ ਰੱਖਿਆ ਕਰਤਾ ਪੁਰਖ ਨੇ। ਗਰੀਬ ਨਵਾਜ ਕਹਿੰਦੇ ਨੌਨੇ ਤੇ ਅੰਮ੍ਰਿਤ ਪ੍ਰਭ ਕਾ ਨਾਮ ਹੈ। ਕਿੱਥੇ? ਜੋ ਨੌਨੇ ਤੇ ਅੰਮ੍ਰਿਤ ਪ੍ਰਭ ਕਾ ਨਾਮ, ਉਹ ਕਿਤੇ ਬਾਹਰ ਹੈ? ਮਾਰੇ ਕਹਿੰਦੇ ਨਹੀਂ, ਦੇਹੀ ਮਹਿ ਇਸ ਦਾ ਵਿਸਰਾਮ। ਇਹ ਦੇਹੀ ਦੇ ਵਿੱਚ ਹੀ ਇਹਦਾ ਵਿਸਰਾਮ ਕੀਤਾ ਹੋਇਆ, ਇਹਨੂੰ ਰੱਖਿਆ ਹੋਇਆ, ਟਿਕਾਣਾ ਇਹਦਾ ਕੀਤਾ ਹੋਇਆ ਹੈ। ਪਰ ਦੇਹੀ ਦੇ ਵਿੱਚੋਂ ਤਾਂ ਮਿਲੇਗਾ ਜੇ ਬਾਹਰੋਂ ਗੁਰੂ ਕਾ ਅੰਮ੍ਰਿਤ ਛਕ ਕੇ, ਗੁਰੂ ਕੀ ਰਹਿਤ ਵਿੱਚ ਰਹਿ ਕੇ, ਗੁਰੂ ਕੇ ਦਿੱਤੇ ਹੋਏ ਗੁਰਮੰਤਰ, ਮੂਲ ਮੰਤਰ ਦਾ ਅਭਿਆਸ ਕਰੇਗਾ, ਗੁਰੂ ਕੀ ਬਾਣੀ ਦਾ ਜਾਪ ਕਰੇਗਾ, ਉਪਦੇਸ਼ ਧਾਰਨ ਕਰੇਗਾ, ਰਹਿਤ ਵਿੱਚ ਰਵੇਗਾ, ਤੇ ਫਿਰ ਉਹ ਅੰਦਰੋਂ ਜਿਹੜਾ
ਉਹ ਨਾਮ ਅੰਮ੍ਰਿਤ ਦਾ ਖਜ਼ਾਨਾ ਇਹਨੂੰ ਪ੍ਰਾਪਤ ਹੋਵੇਗਾ। ਹੈ ਸਭ ਕੁਝ ਘਰ ਵਿੱਚ ਹੀ, ਬਾਹਰ ਨਹੀਂ ਹੈ। ਸਭ ਕੁਛ ਘਰ ਮਹਿ ਬਾਹਰ ਨਾਹੀ, ਬਾਹਰ ਟੋਲੈ ਸੋ ਭਰਮ ਭੁਲਾਹੀ। ਗੁਰ ਪ੍ਰਸਾਦੀ ਜਿਨੀ ਅੰਤਰ ਪਾਇਆ, ਸੋ ਅੰਤਰ ਬਾਹਰ ਸੁਹੇਲਾ ਜੀਓ। ਪਰ ਅੰਦਰੋਂ ਕਿੰਨੇ ਪ੍ਰਾਪਤ ਕੀਤਾ? ਜਿਹਦੇ ਉੱਤੇ ਗੁਰੂ ਕੀ ਕਿਰਪਾ ਹੋਈ। ਗੁਰੂ ਕੀ ਕਿਰਪਾ ਦੇ ਨਾਲ ਜਿਸ ਦੀ ਬਿਰਤੀ ਅੰਤਰਮੁਖ ਹੋਈ, ਉਹਨੇ ਫਿਰ ਆਪਣੇ ਹਿਰਦੇ ਦੇ ਵਿੱਚੋਂ ਆਪਣੇ ਅੰਦਰੋਂ ਹੀ ਨਾਮ ਅੰਮ੍ਰਿਤ ਨੂੰ ਪ੍ਰਾਪਤ ਕੀਤਾ। ਪਰ ਬਾਹਰੋਂ ਛਕ ਕੇ ਫਿਰ ਅੰਦਰੋਂ ਪਾਇਆ। ਬਾਹਰੋਂ ਗੁਰੂ ਕੇ ਨਾਮ, ਗੁਰੂ ਕੀ ਬਾਣੀ ਦਾ ਅਭਿਆਸ ਕਰਕੇ ਹੀ ਫਿਰ ਅੰਦਰੋਂ ਪ੍ਰਾਪਤ ਕੀਤਾ ਹੈ। ਕਾਹੇ ਰੇ ਮਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਉਹ ਮਦ ਜਿਉ ਬਾਸ ਬਸਤ ਹੈ, ਮੁਕਰਮਾਹੇ ਜੈਸੇ ਸ਼ਾਈ। ਤੈਸੇ ਹੀ ਹਰ ਬਸੇ ਨਿਰੰਤਰ ਘਟ ਹੀ ਖੋਜਹੁ ਪਾਈ। ਜਿਵੇਂ ਸਾਧ ਸੰਗਤ ਜੀ, ਪਾਣੀ ਸਾਰੀ ਧਰਤੀ ਦੇ ਵਿੱਚ ਹੈ। ਜਿਸ ਵੇਲੇ ਨਲਕਾ ਲਾਇਆ ਜਾਂਦਾ ਹੈ, ਹੁਣ ਤਾਂ ਨਲਕੇ ਫਿਰ ਵੀ ਲਾਏ ਜਾਂਦੇ ਹਨ, ਭਾਵੇਂ ਹੁਣ ਘਟ ਗਏ, ਪਰ ਵਿਰਲੇ ਵਿਰਲੇ ਨਲਕੇ ਚੱਲਦੇ। ਹੁਣ ਹੋਰ ਕਈ ਕੁਝ ਆ ਗਿਆ। ਬੋਰ ਕੀਤਾ ਜਾਂਦਾ, ਜਿਵੇਂ ਬੋਰ ਕੀਤਾ ਜਾਂਦਾ ਧਰਤੀ ਚੋਂ ਪਾਣੀ ਕੱਢਣ ਵਾਸਤੇ। ਭਾਵੇਂ ਧਰਤੀ ਦੇ ਵਿੱਚ ਪਾਣੀ ਹੈ, ਪਰ ਬਾਹਰੋਂ ਪਾਣੀ ਬੋਰ ਵਿੱਚ ਪਹਿਲਾਂ ਪਾਉਣਾ ਪੈਂਦਾ, ਫਿਰ ਥੱਲਿਓਂ ਧਰਤੀ ਵਾਲਾ ਪਾਣੀ ਨਿਕਲਦਾ। ਨਲਕੇ ਦਾ ਪਾਣੀ ਲੱਥਾ ਹੋਵੇ ਤੇ ਉੱਤੋਂ ਪਾਣੀ ਪਾ ਕੇ ਬਾਲਟੀ ਤੇ ਫਿਰ ਉਹਨੂੰ ਗੇੜਨਾ ਪੈਂਦਾ ਹੈ, ਤੇ ਫਿਰ ਹੇਠਲਾ ਪਾਣੀ ਉੱਪਰ ਆਉਂਦਾ ਹੈ। ਭਾਵੇਂ ਦੇਹੀ ਦੇ ਵਿੱਚ ਨੌਨੇ ਦੇ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ। ਦੇਹੀ ਵਿੱਚ ਰੱਖਿਆ ਇਹ ਨਾਮ ਦਾ ਖਜ਼ਾਨਾ, ਪਰ ਬਾਹਰੋਂ ਗੁਰੂ ਸਾਹਿਬ ਜੀ ਦੀ ਸਿੱਖੀ ਪ੍ਰਾਪਤ ਕਰਕੇ ਗੁਰ ਮੰਤਰ ਤੇ ਮੂਲ ਮੰਤਰ ਦਾ ਜਾਪ ਕਰਨਾ ਪਵੇਗਾ, ਨਿਤਨੇਮ ਕਰਨਾ ਪਵੇਗਾ, ਬਾਣੀ ਦਾ ਅਭਿਆਸ ਕਰਨਾ ਪਵੇਗਾ, ਫੇਰ ਹੀ ਅੰਦਰਲਾ ਅੰਮ੍ਰਿਤ ਬਾਹਰ ਆਵੇਗਾ। ਹਰੇਕ ਲੱਕੜ ਦੇ ਵਿੱਚ ਅੱਗ ਪਹਿਲਾਂ ਹੀ ਮੌਜੂਦ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਆਖਿਆ, ਸਗਲ ਬਨਸਪਤ ਮਹਿ ਬੈ ਸੰਤਰ। ਭਾਵੇਂ ਸਾਰੀ ਲੱਕੜ ਜਿੰਨੀ ਵੀ ਹੈ, ਸਾਰੇ ਵਿੱਚ ਅੱਗ ਹੈ, ਪਰ ਜਿੰਨਾ ਚਿਰ ਲੱਕੜ ਨੂੰ ਬਾਹਰੋਂ ਅੱਗ ਨਾ ਲਾਈ ਜਾਵੇ, ਲੱਕੜ ਦੀ ਅੰਦਰਲੀ ਅੱਗ ਨਹੀਂ ਮੱਚਦੀ ਹੈ। ਜੇ ਕਿ ਬਾਹਰੋਂ ਅੱਗ ਨਹੀਂ ਲੱਕੜ ਨੂੰ ਲਾਉਣੀ, ਅੰਦਰੋਂ ਹੀ ਇਹਦੇ ਅੱਗ ਨਿਕਲੇ ਤੇ ਮੱਚੇ, ਉਹਨਾਂ ਚਿਰ ਨਹੀਂ ਮੱਚਦੀ ਹੈ। ਚੁੱਲ੍ਹੇ ਵਿੱਚ ਲੱਕੜ ਬਾਲਦੇ ਆ, ਪਹਿਲੋਂ ਬਾਹਰੋਂ ਅੱਗ ਬਾਲਣੀ ਪੈਂਦੀ ਹੈ, ਫਿਰ ਲੱਕੜ ਨੂੰ ਜਦੋਂ ਅੱਗ ਲੱਗ ਜਾਵੇ ਫਿਰ ਦੁਬਾਰਾ ਲਾਉਣ ਦੀ ਲੋੜ ਨਹੀਂ ਪੈਂਦੀ। ਫਿਰ ਜਿੰਨਾ ਚਿਰ ਉਹ ਲੱਕੜ ਮੌਜੂਦ ਹੈ, ਉਹ ਮੱਚਦੀ ਰਹਿੰਦੀ ਹੈ, ਬਾਲਣ ਮੱਚਦਾ ਰਹਿੰਦਾ, ਪਰ ਪਹਿਲੋਂ ਬਾਹਰੋਂ ਅੱਗ ਬਾਲਣੀ ਪੈਂਦੀ। ਦੁੱਧ ਸਾਰੇ ਦੇ ਵਿੱਚ ਘਿਓ ਮੌਜੂਦ ਹੈ, ਪਰ ਕਿਸੇ ਯਤਨ ਦੇ ਨਾਲ, ਕਿਸੇ ਵਿਧੀ ਦੇ ਨਾਲ, ਕਿਸੇ ਢੰਗ ਦੇ ਨਾਲ, ਕਿਸੇ ਤਰੀਕੇ ਦੇ ਨਾਲ ਦੁੱਧ ਦੇ ਵਿੱਚੋਂ ਘਿਓ ਪ੍ਰਗਟ ਹੁੰਦਾ ਹੈ ਤਾਂ ਇੱਕ ਇੱਕ ਬੂੰਦ ਦੇ ਵਿੱਚ ਪਹਿਲਾਂ ਹੀ ਮੌਜੂਦ। ਸਗਲ ਬਨਸਪਤ ਮਹਿ ਬੈ ਸੰਤਰ, ਸਗਲ ਦੂਧ ਮਹਿ ਘੀਆ। ਸਾਰੇ ਦੁੱਧ ਦੇ ਵਿੱਚ ਘਿਓ ਪਹਿਲਾਂ ਹੀ ਮੌਜੂਦ ਹੈ, ਪਰ ਦੁੱਧ ਨੂੰ ਗਰਮ ਕਰਨਾ ਪੈਂਦਾ ਹੈ। ਫਿਰ ਧਿਆਨ ਰੱਖਣਾ ਪੈਂਦਾ ਜ਼ਿਆਦਾ ਗਰਮ ਵੀ ਨਾ ਹੋ ਜਾਵੇ, ਫਿਰ ਉਹਨੂੰ ਥੋੜਾ ਜਿਹਾ ਠੰਡਾ ਕਰਨਾ ਪੈਂਦਾ, ਕੋਸਾ ਜਿਹਾ ਰਹਿ ਜਾਵੇ। ਫਿਰ ਉਹਨੂੰ ਬਾਹਰੋਂ ਖੱਟਾ ਲਾਉਣਾ ਪੈਂਦਾ, ਜਾਗ ਲਾਉਣਾ ਪੈਂਦਾ। ਐਸ ਰੁੱਤ ਦੇ ਵਿੱਚ ਉਹਨੂੰ ਢੱਕ ਕੇ ਰੱਖਣਾ ਪੈਂਦਾ ਹੈ, ਆਲਿਓ ਦੁਆਲਿਓ ਵਸਤਰਾਂ ਦੇ ਨਾਲ। ਫਿਰ ਕੋਈ 7-8 ਘੰਟੇ ਉਹ ਰਵੇ ਇੱਕ ਥਾਂ ਤੇ, ਹਿੱਲੇ ਨਾ, ਟਿਕਿਆ ਰਵੇ। ਫਿਰ ਜਾ ਕੇ ਦਹੀਂ ਜੰਮਦਾ। ਦਹੀਂ ਤੋਂ ਬਾਅਦ ਫਿਰ ਮਧਾਣੀ ਪਾ ਕੇ ਉਹਨੂੰ ਰਿੜਕਿਆ ਜਾਂਦਾ ਹੈ, ਫਿਰ ਜਾ ਕੇ ਮੱਖਣ ਨਿਕਲਦਾ ਹੈ, ਫਿਰ ਉਹਨੂੰ ਗਰਮ ਕੀਤਾ ਜਾਂਦਾ ਹੈ, ਫਿਰ ਜਾ ਕੇ ਘਿਓ ਬਣਦਾ ਹੈ। ਤਾਂ ਇੱਕ ਇੱਕ ਬੂੰਦ ਵਿੱਚ ਘਿਓ, ਪਰ ਸਿੱਧਾ ਤਾਂ ਨਹੀਂ ਨਿਕਲਦਾ, ਬਾਹਰੋਂ ਖੱਟਾ ਲਾਉਣਾ ਪੈਂਦਾ ਹੈ। ਯਤਨ ਤੋਂ ਬਿਨਾ ਤੇ ਵਿਧੀ ਤੋਂ ਬਿਨਾ ਤੇ ਇੱਕ ਦੁੱਧ ਦੇ ਵਿੱਚੋਂ ਘਿਓ ਨਹੀਂ ਨਿਕਲਦਾ ਸਿੱਧਾ। ਤੇ ਜਿਹੜਾ ਨੌਨੇ ਦੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਵਿੱਚ ਹੈ, ਉਹਦੀ ਵੀ ਵਿਧੀ ਮਹਾਰਾਜ ਨੇ ਦੱਸੀ ਹੈ ਕਿ ਪਹਿਲਾਂ 5 ਪਿਆਰਿਆਂ ਤੋਂ ਅੰਮ੍ਰਿਤ ਛਕ ਕੇ ਖੱਟਾ ਲਾਉਣਾ ਪਵੇਗਾ, ਤੈਨੂੰ ਜਾਗ ਬਾਹਰੋਂ ਲਾਉਣੀ ਪਵੇਗੀ। ਫਿਰ ਜਿਵੇਂ ਰਿੜਕੀਦਾ ਹੈ ਨਾ ਦਹੀਂ ਨੂੰ ਵਾਰ-ਵਾਰ, ਇਸੇ ਤਰ੍ਹਾਂ ਮਹਾਰਾਜ ਕਹਿੰਦੇ ਸਹਿਜ ਬਿਲੋਵਹੁ ਜੈਸੇ ਤਤ ਨਾ ਜਾਈ। ਉਹ ਰਿੜਕਣ ਦਾ ਵੀ ਹਿਸਾਬ ਕਿਤਾਬ ਹੈ, ਉਹ ਵੀ ਸਹਿਜੇ ਸਹਿਜੇ ਰਿੜਕਣਾ ਪੈਂਦਾ, ਉਹ ਵੀ ਰੁੱਤ ਦੇ ਲਿਹਾਜ਼ ਨਾਲ ਉਹਦੇ ਵਿੱਚ ਪਾਣੀ ਪਾਉਣਾ ਪੈਂਦਾ ਹੈ। ਜੇ ਗਰਮੀ ਦੀ ਰੁੱਤ ਹੈ
ਫਿਰ ਠੰਡਾ ਪਾਣੀ ਪਾਈਦਾ ਹੈ। ਜੇ ਸਰਦੀ ਦੀ ਰੁੱਤ ਹੈ ਫਿਰ ਪਾਣੀ ਵੀ ਉਹਦੇ ਵਿੱਚ ਕੁਝ ਗਰਮ ਕੋਸਾ ਜਿਹਾ ਪਾਣੀ ਪਾਉਣਾ ਪੈਂਦਾ, ਫਿਰ ਉਹ ਵਿੱਚੋਂ ਨਿਕਲਦਾ। ਤੇ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਹੀ ਭਾਈ ਇਹ ਵੀ ਜੋ ਅੰਦਰ ਨਾਮ ਕਰਤਾ ਪੁਰਖ ਨੇ ਰੱਖਿਆ ਹੈ ਨਾ, ਉਹ ਗੁਰੂ ਕੇ ਅੰਮ੍ਰਿਤ ਛਕ ਕੇ ਫਿਰ ਰਹਿਤ ਵਿੱਚ ਰਹਿ ਕਰਕੇ ਫਿਰ ਜਪਣਾ ਜਿਹੜਾ ਹੈ ਇਹ ਮਥਨਾ ਹੈ। ਸਹਿਜ ਬਿਲੋਵਹ ਜੈਸੇ ਤਤ ਨਾ ਜਾਏ, ਸਹਿਜੇ ਸਹਿਜੇ ਜਪੀ ਜਾਵੇ ਲਗਾਤਾਰ। ਫਿਰ ਜਿਵੇਂ ਜਾਗ ਲੱਗਣ ਤੋਂ ਬਾਅਦ ਕੁਝ ਘੰਟੇ ਉਸ ਦੁੱਧ ਨੂੰ ਟਿਕਾ ਕੇ ਰੱਖਣਾ ਪੈਂਦਾ ਹੈ, ਉਡੀਕ ਕਰਨੀ ਪੈਂਦੀ ਹੈ। ਸ਼ਾਮ ਨੂੰ ਜਾਗ ਲਾ ਦੇਈਦਾ ਹੈ, ਸਾਰੀ ਰਾਤ ਉਹ ਪਿਆ ਰਹਿੰਦਾ ਹੈ, ਦਿਨ ਚੜੇ ਨੂੰ ਜੰਮਿਆ ਹੁੰਦਾ ਹੈ। ਅੰਮ੍ਰਿਤ ਵੇਲੇ ਫਿਰ ਉਹਨੂੰ ਰਿੜਕੀਦਾ, ਤੇ ਜੇ ਵਾਰ-ਵਾਰ ਉਹਨੂੰ ਵੇਖੀ ਜਾਵੇ ਵੀ ਜੰਮਿਆ ਕਿ ਨਹੀਂ ਜੰਮਿਆ, 5 ਮਿੰਟਾਂ ਬਾਅਦ ਜੇ ਖੋਲ ਕੇ ਵੇਖਣ ਲੱਗ ਪਵੇ ਵੀ ਜੰਮਿਆ ਲੈ ਦਈ ਕਿ ਨਹੀਂ, ਫਿਰ ਨਹੀਂ ਜੰਮਦਾ। ਜਾਗ ਲਾ ਕਰਕੇ ਜਪੀ ਜਾਵੇ, ਕੁਝ ਸਮਾਂ ਉਡੀਕ ਕਰੇ, ਉਡੀਕ ਕਰਨੀ ਪੈਂਦੀ। ਫਿਰ ਮਹਾਰਾਜ ਕਹਿੰਦੇ ਭਾਈ ਤਤ ਪ੍ਰਾਪਤ ਹੁੰਦਾ, ਫਿਰ ਘਿਓ ਪ੍ਰਾਪਤ ਹੁੰਦਾ। ਸਗਲ ਬਨਸਪਤ ਮਹਿ ਬੈ ਸੰਤਰ, ਸਗਲ ਦੂਧ ਮਹਿ ਘੀਆ, ਊਚ ਨੀਚ ਮਹਿ ਜੋਤ ਸਮਾਣੀ, ਘਟ ਘਟ ਮਾਧੋ ਜੀਆ। ਉਹ ਨਾਮ ਅੰਮ੍ਰਿਤ ਤੇ ਪਰਮੇਸ਼ਰ ਦਾ ਵਾਸਾ ਤੇ ਹਰੇਕ ਦੇ ਵਿੱਚ ਹੈ, ਪਰ ਗੁਰੂ ਕੀ ਸਿੱਖੀ ਪ੍ਰਾਪਤ ਕਰਕੇ ਬਾਹਰੋਂ ਰਹਿਤ ਵਿੱਚ ਰਹਿ ਕੇ ਨਾਮ ਅੰਮ੍ਰਿਤ ਦਾ ਅਭਿਆਸ ਕਰਕੇ ਤੇ ਫਿਰ ਉਹ ਪ੍ਰਾਪਤੀ ਹੁੰਦੀ ਹੈ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਜਿਨ੍ਹਾਂ ਉੱਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਉਹਨਾਂ ਨੇ ਨਾਮ ਅੰਮ੍ਰਿਤ ਬਾਹਰੋਂ ਵੀ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ, ਤੇ ਉਹਨਾਂ ਨੇ ਆਪਣੇ ਹਿਰਦੇ ਵਿੱਚੋਂ ਵੀ ਨਾਮ ਅੰਮ੍ਰਿਤ ਨੂੰ ਪ੍ਰਗਟ ਕਰ ਲੈਣਾ ਕੀਤਾ। ਸੱਚਾ ਮਨ ਵਸਾਇਆ, ਉਹਨਾਂ ਗੁਰਮੁਖਾਂ ਦੇ ਮਨ ਦੇ ਵਿੱਚ ਫਿਰ ਗੁਰੂ ਸਾਹਿਬ ਨੇ ਕਿਰਪਾ ਕਰਕੇ ਸੱਚਾ ਵਸਾ ਦਿੱਤਾ। ਸੱਚਾ ਪਰਮੇਸ਼ਰ ਹੈ, ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਸੱਚਾ ਮਨ ਵਸਾਇਆ, ਸੱਚਾ ਮਨ ਦੇ ਵਿੱਚ ਵਸਾ ਦਿੱਤਾ। ਜਦੋਂ ਖਾਲਸੇ ਦੀ ਸਾਜਨਾ ਕੀਤੀ ਤੇ ਮਹਾਰਾਜ ਨੇ ਪਹਾੜੀ ਰਾਜਿਆਂ ਨੂੰ ਵੀ ਆਖਿਆ, ਕਲਗੀਧਰ ਪਾਤਸ਼ਾਹ ਜੀ, ਕਿ ਤੁਸੀਂ ਵੀ ਖੰਡੇ ਬਾਟੇ ਦਾ ਅੰਮ੍ਰਿਤ ਛਕੋ ਤੇ 5 ਕਕਾਰਾਂ ਦੀ ਰਹਿਤ ਰੱਖੋ। ਭੀਮ ਚੰਦ ਤੋਂ ਆਦਿਕ ਰਾਜੇ ਕਹਿਣ ਲੱਗੇ ਕਿ ਮਹਾਰਾਜ ਅੰਮ੍ਰਿਤ ਤਾਂ ਅਸੀਂ ਛਕ ਲਵਾਂਗੇ, ਪਰ ਅਸੀਂ ਆਪਣੀ ਲਗੋਟੀ ਵੀ ਲਾਉਣੀ ਹੈ, ਬੋਦੀ ਵੀ ਰੱਖਣੀ ਹੈ, ਧੋਤੀ ਵੀ ਲਾਉਣੀ ਹੈ, ਇਸੇ ਤਰ੍ਹਾਂ ਸਾਨੂੰ ਛਕਾ ਦਿਓ। ਪਰ ਨਾਲੇ ਮਹਾਰਾਜ ਸਾਨੂੰ ਵੱਖਰਾ ਛਕਾਓ, ਅਸੀਂ ਨੀਵੀਆਂ ਜਾਤਾਂ ਵਾਲਿਆਂ ਦੇ ਨਾਲ ਨਹੀਂ ਛਕਣਾ। ਸਤਿਗੁਰੂ ਕਹਿੰਦੇ ਇਹ ਦੋਵੇਂ ਗੱਲਾਂ ਹੀ ਨਹੀਂ ਹੋ ਸਕਦੀਆਂ। ਅੰਮ੍ਰਿਤ ਛਕਾਉਣਾ ਹੀ ਇਸ ਕਰਕੇ ਹੈ ਕਿ ਊਚ ਨੀਚ ਵੱਡਾ ਛੋਟਾਪਣ ਜਿਹੜਾ ਇਹ ਦੂਰ ਕਰਨਾ ਹੈ, ਸਾਰਿਆਂ ਨੂੰ ਬਰਾਬਰਤਾ ਦੇਣੀ ਹੈ। ਫਿਰ 5 ਕਕਾਰਾਂ ਦੀ ਰਹਿਤ ਸਾਬਤ ਸੂਰਤ ਤੁਹਾਨੂੰ ਹੋਣਾ ਪਵੇਗਾ। 5 ਕਕਾਰ ਪਹਿਨਣੇ ਪੈਣਗੇ, ਬੁੱਤਾਂ ਦੀ ਪੂਜਾ ਕਰਨੀ ਛੱਡਣੀ ਪਵੇਗੀ, ਅਕਾਲ ਪੁਰਖ ਵਾਹਿਗੁਰੂ ਦੇ ਉਪਾਸਕ ਬਣਨਾ ਪਵੇਗਾ। ਫਿਰ ਤੁਸੀਂ ਅੰਮ੍ਰਿਤ ਦੇ ਅਧਿਕਾਰੀ ਹੋ। ਕਹਿਣ ਲੱਗੇ ਮਹਾਰਾਜ ਇਹ ਤਾਂ ਨਹੀਂ ਅਸੀਂ ਛੱਡ ਸਕਦੇ। ਫਿਰ ਸਤਿਗੁਰੂ ਕਹਿੰਦੇ ਇਸ ਤਰ੍ਹਾਂ ਅੰਮ੍ਰਿਤ ਦੀ ਪ੍ਰਾਪਤੀ ਨਹੀਂ ਹੋ ਸਕਦੀ। ਅੰਮ੍ਰਿਤ ਤੋਂ ਵਾਂਝੇ ਰਹਿ ਗਏ। ਅੰਮ੍ਰਿਤ ਉਹਨਾਂ ਨੂੰ ਪ੍ਰਾਪਤ ਹੋਇਆ ਜਿਨ੍ਹਾਂ ਉੱਤੇ ਗੁਰੂ ਸਾਹਿਬ ਦੀ ਕਿਰਪਾ ਹੋਈ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਅਨੇਕਾਂ ਗੁਰਸਿੱਖਾਂ ਨੇ ਗੁਰੂ ਦਾ ਬਚਨ ਮੰਨ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ। ਮਹਾਰਾਜ ਸਾਹਿਬ ਦੀ ਸੇਵਾ ਕੀਤੀ ਬਹੁਤ ਸਿੱਖਾਂ ਨੇ, ਜਿਵੇਂ ਭਾਈ ਡੱਲੇ ਨੇ ਬੜੀ ਸੇਵਾ ਕੀਤੀ, ਡੱਲੇ ਚੌਧਰੀ ਨੇ। ਸਤਿਗੁਰੂ ਖੁਸ਼ ਹੋਏ ਤੇ ਕਹਿਣ ਲੱਗੇ ਡੱਲਿਆ ਮੰਗ ਕੁਝ ਦਈਏ, ਭਾਈ ਤੂੰ ਸੇਵਾ ਬੜੀ ਕੀਤੀ। ਕਹਿੰਦਾ ਮਹਾਰਾਜ ਜੇ ਖੁਸ਼ ਹੋਏ ਹੋ ਨਾ ਤੇ ਮੈਨੂੰ ਸੱਚਖੰਡ ਦੇ ਵਿੱਚ ਪਿਗੜੀ ਜਿੰਨੀ ਜਗ੍ਹਾ ਦੇ ਦਿਓ। ਕਹਿਣ ਲੱਗੇ ਨਹੀਂ ਡੱਲਿਆ ਸੱਚਖੰਡ ਵਿੱਚ ਨਹੀਂ ਜਗ੍ਹਾ ਮਿਲਣੀ ਤੈਨੂੰ, ਹੋਰ ਜੋ ਕੁਝ ਮੰਗਣਾ ਹੈ ਮੰਗ ਲਾ, ਦੁਨੀਆ ਦੇ ਪਦਾਰਥ ਮੰਗ ਲਾ, ਜ਼ਮੀਨ ਜਾਇਦਾਦ ਮੰਗ ਲਾ, ਧਨ ਦੌਲਤ ਮੰਗ ਲਾ, ਹੋਰ ਦੁਨੀਆ ਦਾ ਰਾਜ ਭਾਗ ਜੋ ਚਾਹਣਾ ਹੈ ਮੰਗ ਲਾ, ਤੈਨੂੰ ਦੇ ਦਿੰਦੇ ਆ। ਪਰ ਸੱਚਖੰਡ ਵਿੱਚ ਪੀੜੀ ਜਿੰਨੀ ਜਗ੍ਹਾ ਨਹੀਂ ਤੈਨੂੰ ਮਿਲ ਸਕਦੀ। ਕਹਿੰਦਾ ਮਹਾਰਾਜ ਨਹੀਂ ਹੋਰ ਕੁਝ ਨਹੀਂ ਮੈਂ ਮੰਗਣਾ, ਮੈਨੂੰ ਸੱਚਖੰਡ ਦੇ ਵਿੱਚ ਬਸ ਪੀੜੀ ਜਿੰਨੀ ਜਗ੍ਹਾ ਆਪਣੇ ਚਰਨਾਂ 'ਚ ਦੇ ਦਿਓ। ਸਤਿਗੁਰੂ ਕਹਿਣ ਲੱਗੇ ਅਸੀਂ ਮਰਿਆਦਾ ਬਣਾ ਦਿੱਤੀ ਹੈ, ਸੱਚਖੰਡ ਦਾ ਵਾਸੀ ਉਹੀ ਬਣ ਸਕਦਾ ਜਿਹੜਾ ਖੰਡੇ ਬਾਟੇ ਦਾ ਅੰਮ੍ਰਿਤ ਛਕੇ।
ਤੂੰ ਅੰਮ੍ਰਿਤ ਸੇਵਾ ਤੇ ਬਹੁਤ ਕੀਤੀ, ਪਰ ਡੱਲਿਆ ਲਈ ਅੰਮ੍ਰਿਤ ਨਹੀਂ ਛਕਿਆ ਤੂੰ। ਪਰਿਵਾਰ ਸਮੇਤ ਅੰਮ੍ਰਿਤ ਛਕ। ਫਿਰ ਮਹਾਰਾਜ ਦਾ ਬਚਨ ਮੰਨਿਆ ਡੱਲੇ ਨੇ, ਪਰਿਵਾਰ ਸਮੇਤ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ। ਤੇ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਡੱਲਾ ਸਿੰਘਾ, ਹੁਣ ਤੂੰ ਡੱਲੇ ਤੋਂ ਬਣ ਗਿਆ ਡੱਲਾ ਸਿੰਘ। ਕਈਆਂ ਨੇ ਡੱਲ ਸਿੰਘ ਵੀ ਲਿਖਿਆ, ਕਈਆਂ ਗੁਰਮੁਖਾਂ ਨੇ ਡੱਲਾ ਸਿੰਘ ਲਿਖਿਆ। ਮਹਾਰਾਜ ਕਹਿਣ ਲੱਗੇ, ਡੱਲਾ ਸਿੰਘਾ, ਹੁਣ ਪੀੜੀ ਜਿੰਨੀ ਜਗ੍ਹਾ ਨਹੀਂ, ਹੁਣ ਸੱਚਖੰਡ ਦੇ ਦਰਵਾਜ਼ੇ ਖੁੱਲ ਗਏ ਤੇਰੇ ਵਾਸਤੇ ਤੇ ਤੇਰੇ ਪਰਿਵਾਰ ਵਾਸਤੇ। ਹੁਣ ਕੱਲਾ ਹੀ ਨਹੀਂ ਤੂੰ, ਹੁਣ ਪਰਿਵਾਰ ਸਮੇਤ ਸੱਚਖੰਡ ਵਿੱਚ ਜਾਵੇਂਗਾ। ਤੇ ਹੁਣ ਪੜ ਪੰਕਤੀ ਭਾਈ ਡੱਲਾ ਸਿੰਘਾ, ਦੀਨ ਦਇਆਲ ਭਰੋਸੇ ਤੇਰੇ, ਸਭ ਪਰਿਵਾਰ ਚੜਾਇਆ ਬੇੜੇ। ਸਾਰਾ ਪਰਿਵਾਰ ਹੀ ਤੇਰਾ ਹੁਣ ਨਾਮ ਦੇ ਜਹਾਜ਼ੇ ਚੜ ਗਿਆ, ਗੁਰੂ ਕਾ ਅੰਮ੍ਰਿਤ ਛਕਿਆ, ਤੇ ਹੁਣ ਸਮੇਤ ਪਰਿਵਾਰ ਦੇ ਤੋਂ ਸੱਚਖੰਡ ਵਿੱਚ ਜਾਵੇਂਗਾ। ਭਾਈ ਸ਼ਮੀਰ ਨੇ ਬੜੀ ਸੇਵਾ ਕੀਤੀ ਤੇ ਬੇਨਤੀ ਕੀਤੀ ਕਿ ਮਹਾਰਾਜ ਜੰਮਣਾ ਮਰਨਾ ਕੱਟ ਦਿਓ, 84 ਲੱਖ ਜੂਨਾ ਕੱਟ ਦਿਓ। ਸਤਿਗੁਰੂ ਕਹਿਣ ਲੱਗੇ, ਹੋਰ ਕੁਝ ਮੰਗ ਲਾ, ਇਹ ਨਹੀਂ ਦੇ ਸਕਦੇ। ਮਹਾਰਾਜ ਨਹੀਂ। ਕਈ ਦਿਨ ਲੰਘ ਗਏ, ਫੇਰ ਖੁਸ਼ ਹੋਏ, ਕਹਿਣ ਲੱਗੇ, ਸ਼ਮੀਰ ਤੂੰ ਸੇਵਾ ਬੜੀ ਕੀਤੀ ਹੈ, ਦੀਨੇ ਦੇ ਰਹਿਣ ਵਾਲਾ ਸੀ, ਦੀਨਾ ਕਾਂਗੜ ਦੀਨੇ ਦੇ ਰਹਿਣ ਵਾਲਾ। ਮਹਾਰਾਜ ਕਹਿਣ ਲੱਗੇ ਵੀ ਹੋਰ ਕੁਝ ਮੰਗ ਲਾ। ਕਹਿਣ ਲੱਗਾ, ਨਹੀਂ ਮਹਾਰਾਜ 84 ਲੱਖ ਜੂਨਾ ਦਾ ਗੇੜਾ ਕੱਟੋ, ਜੰਮਣਾ ਮਰਨਾ ਕੱਟੋ। ਸਤਿਗੁਰੂ ਕਹਿੰਦੇ, ਫਿਰ ਅੰਮ੍ਰਿਤ ਛਕ ਖੰਡੇ ਬਾਟੇ ਦਾ, ਪੰਜਾਂ ਕਕਾਰਾਂ ਦੀ ਰਹਿਤ ਰੱਖ, ਨਿਤਨੇਮ ਕਰ। ਇਹਨੇ ਫਿਰ ਅੰਮ੍ਰਿਤ ਛਕਿਆ ਤੇ ਸ਼ਮੀਰ ਸਿੰਘ ਬਣ ਗਿਆ। ਭਾਈ ਸ਼ਮੀਰ ਸਿੰਘ ਇਹ ਰਾਏ ਜੋਧ ਦਾ ਪੋਤਰਾ ਸੀ। ਸਾਧ ਸੰਗਤ ਜੀ, ਗੁਰੂ ਹਰਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦਾ ਸ਼ਰਧਾਲੂ ਹੋਇਆ ਹੈ। ਰਾਏ ਜੋਧ ਮਾਲਵੇ ਵਿੱਚ ਜਦੋਂ ਲੱਲਾ ਬੇਗ ਦੇ ਨਾਲ, ਉਹਦੀ 35,000 ਫੌਜ ਦੇ ਨਾਲ ਮਹਾਰਾਜ ਨੇ ਯੁੱਧ ਕੀਤਾ ਸੀ ਨਾ, ਮੀਰੀ ਪੀਰੀ ਦੇ ਮਾਲ ਗੁਰੂ ਹਰਗੋਬਿੰਦ ਸਾਹਿਬ ਜੀ ਨੇ। ਉਸ ਵੇਲੇ ਰਾਏ ਜੋਧ ਨੇ ਆਪਣੇ ਸਾਥੀਆਂ ਸਮੇਤ ਮਿਲ ਕਰਕੇ ਬੜੀ ਸੇਵਾ ਕੀਤੀ ਸੀ। ਉਸ ਜੰਗ ਦੇ ਵਿੱਚ ਗੁਰੂ ਸਾਹਿਬ ਦੇ ਤਰਫੋਂ ਤੁਰਕਾਂ ਦੀ ਫੌਜ ਦੇ ਨਾਲ ਮੁਕਾਬਲਾ ਕੀਤਾ ਸੀ ਰਾਏ ਜੋਧ ਨੇ। ਉਸ ਰਾਏ ਜੋਧ ਦਾ ਪੋਤਰਾ ਸੀ ਭਾਈ ਸ਼ਮੀਰ। ਅੰਮ੍ਰਿਤ ਛਕ ਕੇ ਸ਼ਮੀਰ ਸਿੰਘ ਬਣਿਆ। ਜਦੋਂ ਅੰਮ੍ਰਿਤ ਛਕਿਆ ਤੇ ਰਾਤ ਨੂੰ ਜਾ ਕੇ ਸੁੱਤਾ ਨਾ ਆਪਣੇ ਘਰੇ, ਸੌਣ ਸਾਰ ਹੀ ਸੁਪਨੇ ਆਉਣ ਲੱਗ ਪਏ। ਕਦੀ ਸੱਪ ਦੀ ਜੂਨ ਵਿੱਚ, ਕਦੀ ਕੋੜ ਕਿਰਲੀ ਦੀ ਜੂਨ ਵਿੱਚ, ਕਦੀ ਨਿਓਲ ਦੀ ਜੂਨ ਵਿੱਚ, ਕਦੀ ਕਾਂ ਦੀ ਜੂਨ ਵਿੱਚ, ਕਦੀ ਕੁੱਤੇ ਦੀ ਜੂਨ ਵਿੱਚ। ਕਈ ਜੂਨਾਂ ਰਾਤ ਭੋਗੀਆਂ। ਦਿਨ ਚੜਿਆ ਛੇਤੀ ਦੇ ਨਾਲ। ਅਖੀਰਲਾ ਜਿਹੜੀ ਜੂਨ ਸੀ ਨਾ, ਉਹ ਚੰਡਾਲਾਂ ਦੇ ਘਰੇ ਜਨਮ ਹੋਇਆ ਤੇ ਪਰਿਵਾਰ ਵਧਿਆ ਤੇ ਉਹਨਾਂ ਨੂੰ ਪੀਲੂ ਖਵਾਏ। ਦਿਨੇ ਜਦੋਂ ਉੱਠਿਆ, ਸਰੀਰਕ ਕਿਰਿਆ ਕੀਤੀ ਤੇ ਮੈਲੇ ਵਿੱਚੋਂ ਵੀ ਪੀਲੂ ਜਿਹੜੇ ਆਏ। ਦਾਤਨ ਕੀਤੀ ਤੇ ਦੰਦਾਂ ਦੇ ਵਿੱਚ, ਉਹ ਦਾਤਨ ਦੇ ਵਿੱਚ ਵੀ ਪੀਲੂਆਂ ਦੀਆਂ ਛਿਲਕਾਂ ਫਸੀਆਂ। ਤੇ ਮਹਾਰਾਜ ਸਾਹਿਬ ਜੀ ਦੇ ਚਰਨੀ ਆ ਕੇ ਬੈਠਾ ਤੇ ਸਤਿਗੁਰੂ ਕਹਿੰਦੇ, ਬੜਾ ਮੁਰਝਾਇਆ ਹੋਇਆ ਸ਼ਮੀਰ ਸਿੰਘਾ, ਕੀ ਗੱਲ? ਤੂੰ ਤੇ ਅੰਮ੍ਰਿਤ ਛਕਿਆ ਹੈ, ਤੇਰੇ ਚਿਹਰੇ ਤੇ ਰੌਣਕ ਹੋਣੀ ਚਾਹੀਦੀ ਹੈ, ਖੁਸ਼ੀ ਹੋਣੀ ਚਾਹੀਦੀ, ਖੇੜਾ ਵਿਗਾਸ ਹੋਣਾ ਚਾਹੀਦਾ। ਕਹਿੰਦਾ, ਮਹਾਰਾਜ ਸਾਰੀ ਰਾਤ ਹੀ ਜੰਮਦਾ ਮਰਦਾ ਰਿਹਾ, ਸੁਪਨੇ ਆਉਂਦੇ ਰਹੇ ਆ, ਵੱਖ-ਵੱਖ ਜੂਨਾਂ ਵਿੱਚ ਮਹਾਰਾਜ ਭਰਮਣ ਕਰਦਾ ਰਿਹਾ। ਫਿਰ ਮੈਂ ਹੈਰਾਨ ਵਾਂ, ਮੈਂ ਸਵੇਰੇ ਸਤਿਗੁਰੂ ਜੀ ਸਰੀਰਕ ਕਿਰਿਆ ਕੀਤੀ ਤੇ ਉੱਥੇ ਵੀ ਪੀਲੂ ਵੇਖੇ। ਦਾਤਨ ਕੀਤੀ, ਰਾਤ ਸੁਪਨੇ ਦੇ ਵਿੱਚ ਪੀਲੂ ਖਾਧੇ ਸੀ, ਆਪਣੇ ਬੱਚਿਆਂ ਨੂੰ ਖਵਾਏ ਸੀ। ਤੇ ਦਾਤਨ ਕੀਤੀ ਤੇ ਦਾਤਨ ਦੇ ਨਾਲ ਦੰਦਾਂ ਵਿੱਚੋਂ ਵੀ ਪੀਲੂ ਦੀਆਂ ਛਿੱਲਾਂ ਜਿਹੜੀਆਂ ਲੱਗੀਆਂ ਹੋਈਆਂ। ਇਹ ਸਤਿਗੁਰੂ ਸੁਪਨਾ ਸੀ ਕਿ ਹਕੀਕਤ ਸੀ? ਮੈਨੂੰ ਕੋਈ ਸਮਝ ਨਹੀਂ ਆ ਰਹੀ ਹੈ। ਮੇਰੀ ਬੁੱਧੀ ਹੈਰਾਨ ਹੋ ਗਈ ਹੈ, ਅਚਰਜ ਹੋ ਗਈ ਹੈ, ਚਕਰਿਤ ਹੋ ਗਈ ਹੈ। ਤੇ ਸਤਿਗੁਰੂ ਕਹਿਣ ਲੱਗੇ, ਘਬਰਾ ਨਾ ਸ਼ਮੀਰ ਸਿੰਘਾ, ਗੁਰੂ ਨਾਨਕ ਸਾਹਿਬ ਜੀ ਦੀਆਂ ਤੇਰੇ ਤੇ ਬਖਸ਼ਿਸ਼ਾਂ ਹੋਈਆਂ। ਜਿਹੜੀਆਂ ਜੂਨਾਂ ਤੂੰ ਪ੍ਰਤੱਖ ਭੋਗਣੀਆਂ ਸੀ ਨਾ, ਤੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ, ਗੁਰੂ ਕੀ ਸਿੱਖੀ ਪ੍ਰਾਪਤ ਕੀਤੀ ਆ, ਉਹ ਸਾਰੀਆਂ ਤੇਰੀਆਂ ਜੂਨਾਂ ਸੁਪਨੇ 'ਚ ਹੀ ਕੱਟ ਦਿੱਤੀਆਂ, ਸੁਪਨੇ 'ਚ ਹੀ ਭੁਗਤਾ ਦਿੱਤੀਆਂ। ਸਤਿਗੁਰੂ ਐਸੇ ਦਿਆਲੂ ਆ, ਜਿਹਦੇ ਤੇ ਕਿਰਪਾ ਕਰਦੇ ਆ, ਉਹਨੂੰ ਅੰਮ੍ਰਿਤ ਦੀ ਦਾਤ, ਸਿੱਖੀ ਦੀ ਦਾਤ ਪ੍ਰਾਪਤ ਹੁੰਦੀ ਆ। ਤੇ ਫਿਰ ਸੱਚਾ ਵਾਹਿਗੁਰੂ ਮਨ ਵਿੱਚ ਮਹਾਰਾਜ ਵਸਾ ਦਿੰਦੇ ਹਨ। ਜਿਹਦੇ ਤੇ ਕਿਰਪਾ ਕੀਤੀ, ਸੱਚਾ ਮਨ ਵਸਾਇਆ, ਸੱਚਾ ਨਾਮ, ਸੱਚਾ ਪ੍ਰਭੂ ਉਹਨਾਂ ਦੇ ਮਨ ਵਿੱਚ ਵਸਾ ਦਿੱਤਾ। ਜੀ ਜੰਤ ਸਭ ਤੁਧ ਪੁਕਾਏ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ, ਜੀ ਜੰਤੂ ਜਿੰਨੇ ਵੀ ਵੱਡੇ ਛੋਟੇ
ਸੂਖਮ ਸਥੂਲ ਹਨ ਸਾਰੇ ਪ੍ਰਭੂ ਆਪ ਜੀ ਨੇ ਪੈਦਾ ਕੀਤੇ। ਇੱਕ ਵੇਖ ਪਰਸਨ ਆਇਆ। ਇਕਨਾਂ ਨੇ ਆਪ ਜੀ ਦੇ ਸਰੂਪ ਨੂੰ ਵੇਖਣਾ ਕੀਤਾ, ਆਪ ਜੀ ਦੇ ਦਰਸ਼ਨ ਪਾਏ ਭਾਗਾਂ ਵਾਲਿਆਂ। ਇੱਕ ਜਗਿਆਸੂ ਜਿਹੜੇ ਹਨ ਉਹ ਪਰਸਨ ਆਇਆ, ਉਹ ਸੰਗਤ ਵਿੱਚ ਆਪ ਜੀ ਨੂੰ ਪਰਸਨ ਵਾਸਤੇ ਆਏ ਹਨ ਕਿ ਸਾਨੂੰ ਵੀ ਵਾਹਿਗੁਰੂ ਜੀ ਦਾ ਦਰਸ਼ਨ ਪ੍ਰਾਪਤ ਹੋ ਜਾਵੇ। ਲਬ ਲੋਭ ਅਹੰਕਾਰ ਚੁਕਾ। ਜਿਨ੍ਹਾਂ ਨੂੰ ਆਪ ਜੀ ਨੇ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ, ਉਹਨਾਂ ਦੇ ਅੰਦਰੋਂ ਖਾਣ ਦਾ ਲੱਭ ਵੀ ਚੁੱਕਿਆ ਗਿਆ, ਦੂਰ ਹੋ ਗਿਆ। ਲੱਭ ਕਹਿੰਦੇ ਖਾਣ ਦੇ ਲਾਲਚ ਨੂੰ। ਖਾਣ ਦਾ ਲਾਲਚ ਹੋਵੇ ਬੰਦਾ ਰੱਜਿਆ ਵੀ ਖਾਈ ਜਾਂਦਾ, ਲੱਭ ਚੁੱਕਿਆ ਗਿਆ। ਲੋਭ ਹੁੰਦਾ ਪਦਾਰਥਾਂ ਦਾ ਇਕੱਠੇ ਕਰਨ ਦਾ, ਲੋਭ ਵੀ ਚੁੱਕਿਆ ਗਿਆ। ਹੰਕਾਰ ਵੀ ਦੂਰ ਹੋ ਗਿਆ, ਨਿਵਰਤ ਹੋ ਗਿਆ। ਸਤਿਗੁਰੂ ਭਲਾ ਪਾਇਆ। ਉਹਨਾਂ ਗੁਰਸਿੱਖਾਂ ਨੂੰ ਸਤਿਗੁਰੂ ਜੀ ਚੰਗੇ ਲੱਗੇ। ਸਤਿਗੁਰੂ ਜੀ ਭਲਾ ਪਾਇਆ, ਭਲਾ ਲੱਗਾ ਉਹਨਾਂ ਨੂੰ, ਚੰਗੇ ਲੱਗੇ ਸਤਿਗੁਰੂ ਜੀ। ਸਤਿਗੁਰਾਂ ਦਾ ਉਪਦੇਸ਼ ਚੰਗਾ ਲੱਗਾ, ਮਿੱਠਾ ਪਿਆਰਾ ਲੱਗਾ, ਮੰਨਿਆ ਉਹਨਾਂ ਨੇ, ਕਮਾਇਆ ਉਹਨਾਂ ਨੇ। ਅਥਵਾ ਸਤਿਗੁਰੂ ਜੀ ਨੂੰ ਜਦੋਂ ਭਲਾ ਪਾਇਆ, ਚੰਗਾ ਲੱਗਿਆ, ਸਤਿਗੁਰੂ ਜੀ ਨੇ ਕਿਰਪਾ ਕੀਤੀ ਤੇ ਲਬ ਲੋਭ ਤੇ ਹੰਕਾਰ ਦੂਰ ਕਰ ਦਿੱਤਾ। ਕਹੈ ਨਾਨਕ ਜਿਸਨੂੰ ਆਪ ਤੁਠਾ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ ਹਨ ਕਿ ਜਿਸ ਉੱਤੇ ਵਾਹਿਗੁਰੂ ਜੀ ਆਪ ਤੁਠਾ, ਤੁਠਾ ਨਾਮ ਹੈ ਖੁਸ਼ ਹੋਇਆ, ਜਿਸ ਉੱਤੇ ਪ੍ਰਭੂ ਆਪ ਪ੍ਰਸੰਨ ਹੋਏ। ਤਿਨ ਅੰਮ੍ਰਿਤ ਗੁਰ ਤੇ ਪਾਇਆ। ਉਸ ਜੀਵ ਨੇ ਫਿਰ ਅੰਮ੍ਰਿਤ ਗੁਰੂ ਸਾਹਿਬ ਜੀ ਦੇ ਪਾਸੋਂ ਪ੍ਰਾਪਤ ਕੀਤਾ। ਹਾਰੀ ਸਾਰੀ ਨੂੰ ਪ੍ਰਾਪਤ ਨਹੀਂ ਹੁੰਦਾ। ਗੁਰੂ ਕੀ ਸਿੱਖੀ, ਗੁਰੂ ਕਾ ਨਾਮ, ਗੁਰੂ ਕੀ ਬਾਣੀ, ਗੁਰੂ ਕਾ ਖੰਡੇ ਬਾਟੇ ਦਾ ਅੰਮ੍ਰਿਤ, ਉਹੀ ਜੀਵ ਗੁਰੂ ਸਾਹਿਬ ਜੀ ਦੇ ਪਾਸੋਂ ਪ੍ਰਾਪਤ ਕਰਦਾ ਜਿਹਦੇ ਉੱਤੇ ਵਾਹਿਗੁਰੂ ਜੀ ਆਪ ਪ੍ਰਸੰਨ ਹੁੰਦੇ, ਜਿਸ ਉੱਤੇ ਪ੍ਰਭੂ ਜੀ ਦੀ ਕਿਰਪਾ ਹੁੰਦੀ। ਅੰਮ੍ਰਿਤ ਪੀਆ ਸਤਿਗੁਰ ਦੀਆ, ਅਵਰ ਨਾ ਜਾਣਾ ਦੂਆ ਤੀਆ। ਉਹ ਫਿਰ ਉਹਦੇ ਅੰਦਰ ਅਭਿਲਾਖਾ ਪੈਦਾ ਹੁੰਦੀ, ਅੰਮ੍ਰਿਤ ਅਭਿਲਾਖੀ, ਅੰਮ੍ਰਿਤ ਦੀ ਇੱਛਾ ਪੈਦਾ ਹੁੰਦੀ। ਉਹ ਅੰਮ੍ਰਿਤ ਛਕਦੇ ਜਿਹਦੇ ਉੱਤੇ ਆਪ ਕਿਰਪਾ ਕੀਤੀ। ਨਹੀਂ ਤੇ ਜਿੰਨਾ ਮਰਜ਼ੀ ਕੋਈ ਕਹੀ ਜਾਵੇ, ਆਖੀ ਜਾਵੇ, ਸੁਣੀ ਜਾਵੇ, ਸੁਣਾਈ ਜਾਵੇ, ਜਿੰਨਾ ਚਿਰ ਵਾਹਿਗੁਰੂ ਦੀ ਕਿਰਪਾ ਨਹੀਂ ਹੁੰਦੀ ਉਹਨਾਂ ਚਿਰ ਅੰਮ੍ਰਿਤ ਦੀ ਦਾਤ ਨਹੀਂ ਪ੍ਰਾਪਤ ਹੁੰਦੀ। ਖੰਡੇ ਬਾਟੇ ਦਾ ਵੀ ਅੰਮ੍ਰਿਤ ਹੈ, ਨਾਮ ਵੀ ਅੰਮ੍ਰਿਤ ਹੈ, ਬਾਣੀ ਅੰਮ੍ਰਿਤ ਹੈ, ਸਾਰਾ ਅੰਮ੍ਰਿਤ ਹੀ ਹੈ। ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ। ਤਾਂ ਮਹਾਰਾਜ ਕਹਿੰਦੇ ਭਾਈ ਅੰਮ੍ਰਿਤ ਪੀ ਕੇ ਅਮਰ ਹੋ ਜਾਈਦਾ। ਅੰਮ੍ਰਿਤ ਪੀਵਹੁ ਸਦਾ ਚਿਰ ਜੀਵਹੁ, ਹਰ ਸਿਮਰਤ ਅਨੰਦ ਅਨੰਤਾ, ਰੰਗ ਤਮਾਸਾ ਪੂਰਨ ਆਸਾ, ਕਬਹਿ ਨਾ ਵਿਆਪੈ ਚਿੰਤਾ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਆਨੰਦ ਸਾਹਿਬ ਦੀ 13ਵੀਂ ਪੌੜੀ ਦੁਆਰਾ ਪਾਵਨ ਪਵਿੱਤਰ ਉਪਦੇਸ਼ ਦੀ ਦਾਤ ਬਖਸ਼ਿਸ਼ ਕੀਤੀ। ਗੁਰੂ ਜੀ ਕੀ ਅਗਾਧ ਬੋਧ ਬਾਣੀ ਕੀ ਵਿਚਾਰ ਸਾਂਝੀ ਕਰਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਕਰਨੀ। ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਲਬ ਲੋਭ ਅਹੰਕਾਰ ਚੁਕਾ, ਸਤਿਗੁਰੂ ਭਲਾ ਪਾਇਆ। ਕਹਿ ਨਾਨਕ ਜਿਸਨੂੰ ਆਪ ਤੁਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।